ਅਗਲਾ ਚੈਪਟਰ ਇੱਕ ਤਰਲਾ ਜਿਸ ਨੂੰ ਸਾਰੇ ਪਸੰਦ ਕਰਦੇ ਹਨ। ਮੈਂ ਮਸੂਰੀ ਅੰਦਰ ਜੇਸੀ ਜੇਮਸ ਦੇ ਇਲਾਕੇ ਵਿੱਚ ਵੱਡਾ ਹੋਇਆ ਸੀ। ਮੈਂ ਮਸੂਰੀ ਦੇ ਕਰਿਆਨੇ ਵਿੱਚ ਜੇਮਸ ਫਾਰਮ ਗਿਆ, ਜਿੱਥੇ ਜੇਮਸ ਫਾਰਮ ਦਾ ਪੁੱਤਰ ਵੀ ਹੁਣ ਰਹਿੰਦਾ ਸੀ। ਉਸ ਦੀ ਪਤਨੀ ਨੇ ਮੈਨੂੰ ਕਿੱਸੇ ਸੁਣਾਏ, ਜਿਵੇਂ ਕਿ ਜੈਸੀ ਟ੍ਰੇਨਾਂ ਅਤੇ ਬੈਂਕਾਂ ਨੂੰ ਲੁੱਟਿਆ ਕਰਦਾ ਸੀ ਤੇ ਲੁੱਟੇ ਹੋਏ ਪੈਸਿਆਂ ਨੂੰ ਗਰੀਬਾਂ ਵਿੱਚ ਵੰਡ ਦਿਆ ਕਰਦਾ ਸੀ ਤਾਂ ਕਿ ਉਹ ਆਪਣੇ ਗਿਰਵੀ ਰੱਖੀਆਂ ਹੋਈਆਂ ਜ਼ਮੀਨਾਂ ਛੁਡਾ ਸਕਣ। ਜੇਮੀ ਜੇਮਸ ਖੁਦ ਨੂੰ ਉਸੇ ਤਰ੍ਹਾਂ ਆਦਰਸ਼ਵਾਦੀ ਤੇ ਪਰਉਪਕਾਰੀ ਸਮਝਦਾ ਸੀ ਜਿਵੇਂ ਕਿ ਡੱਚ ਸੋਲਟਿਸ, ਦਨਾਲੀ ਬੰਦੂਕ, ਕਰਾਲੇ ਜਾਂ ਐਲ ਕੋਪੇਨ ਜਾਂ ਕਈ ਹੋਰ ਗਾਡਫਾਦਰ ਸਮਝਦੇ ਸਨ। ਸੱਚ ਤਾਂ ਇਹ ਹੈ ਕਿ ਤੁਸੀਂ ਜਿਨ੍ਹਾਂ ਲੋਕਾਂ ਨਾਲ ਮਿਲਦੇ ਹੋ ਉਹਨਾਂ ਵਿੱਚੋਂ ਜ਼ਿਆਦਾਤਰ ਖੁਦ ਨੂੰ ਚੰਗਾ ਅਤੇ ਨਿਰਸੁਆਰਥੀ ਸਮਝਦੇ ਹਨ। JP ਮੋਰਗਨ ਨੇ ਇੱਕ ਵਾਰ ਕਿਹਾ ਸੀ ਕਿ ਕਿਸੇ ਵੀ ਕੰਮ ਨੂੰ ਕਰਨ ਪਿੱਛੇ ਆਮ ਤੌਰ ਤੇ ਇਨਸਾਨ ਦੇ ਕੋਲ ਦੋ ਕਾਰਨ ਹੁੰਦੇ ਨੇ। ਪਹਿਲਾ ਕਾਰਨ ਵਾਸਤਵਿਕ ਹੁੰਦਾ ਤੇ ਦੂਜਾ ਕਹਿਣ ਸੁਣਨ ਵਿੱਚ ਚੰਗਾ ਲੱਗਦਾ। ਇਹ ਕਹਿਣ ਦੀ ਲੋੜ ਨਹੀਂ ਕਿ ਹਰ ਇਨਸਾਨ ਵਾਸਤਵਿਕ ਕਾਰਨ ਜਾਣਦਾ ਹੈ, ਪਰੰਤੂ ਕਿਉਂਕਿ ਅਸੀਂ ਸਾਰੇ ਲੋਕ ਦਿਲੋਂ ਆਦਰਸ਼ਵਾਦੀ ਹੁੰਦੇ ਹਾਂ, ਇਸ ਲਈ ਉਹਨਾਂ ਕਾਰਨਾਂ ਬਾਰੇ ਸੋਚਣਾ ਪਸੰਦ ਕਰਦੇ ਹਾਂ ਜਿਹੜੇ ਕਹਿਣ ਸੁਣਨ ਨੂੰ ਜ਼ਿਆਦਾ ਚੰਗੇ ਲੱਗਦੇ ਨੇ। ਇਸ ਲਈ ਜੇਕਰ ਤੁਸੀਂ ਲੋਕਾਂ ਨੂੰ ਬਦਲਣਾ ਚਾਹੁੰਦੇ ਹੋ ਤਾਂ ਆਦਰਸ਼ਵਾਦੀ ਕਾਰਨਾਂ ਦਾ ਸਹਾਰਾ ਲਓ। ਕੀ ਇਹ ਆਦਰਸ਼ਵਾਦੀ ਤਰੀਕਾ ਬਿਜ਼ਨਸ ਵਿੱਚ ਵੀ ਕੰਮ ਕਰਦਾ ਹੈ? ਆਓ ਦੇਖਦੇ ਹਾਂ। ਗਲੇਨੋਲਡਨ ਪੈਨਿਨਸੂਲਾ ਵਿੱਚ ਫਰੇਲ ਮਿਸ਼ਲ ਕੰਪਨੀ ਦੇ ਹੈਮਿਲਟਨ ਜੇ ਫੈਰਲ ਦਾ ਉਦਾਹਰਨ ਲੈਂਦੇ ਹਾਂ। ਫੈਰਲ ਦੇ ਇੱਕ ਅਸੰਤੁਸ਼ਟ ਕਿਰਾਏਦਾਰ ਨੇ ਘਰ ਖਾਲੀ ਕਰਕੇ ਚਲੇ ਜਾਣ ਦੀ ਧਮਕੀ ਦਿੱਤੀ। ਹਾਲਾਂਕਿ ਸਮਝੌਤੇ ਅਨੁਸਾਰ ਉਸ ਨੂੰ 4 ਮਹੀਨੇ ਤੱਕ ਉੱਥੇ ਰਹਿਣਾ ਸੀ, ਫਿਰ ਵੀ ਉਸਨੇ ਨੋਟਿਸ ਦੇ ਦਿੱਤਾ ਕਿ ਉਹ ਫੌਰਨ ਮਕਾਨ ਖਾਲੀ ਕਰਕੇ ਜਾ ਰਿਹਾ ਹੈ, ਭਾਵੇਂ ਸਮਝੌਤਾ ਕੁਝ ਵੀ ਹੋਇਆ ਹੋਵੇ। ਫੈਰਲ ਨੇ ਦੱਸਿਆ, ਇਹ ਲੋਕ ਮੇਰੇ ਮਕਾਨ ਵਿੱਚ ਸਰਦੀਆਂ ਗੁਜ਼ਾਰ ਚੁੱਕੇ ਸਨ, ਜਦੋਂ ਮਕਾਨ ਸਾਲ ਵਿੱਚ ਸਭ ਤੋਂ ਮਹਿੰਗੇ ਹੁੰਦੇ ਹਨ। ਮੈਂ ਜਾਣਦਾ ਸੀ ਕਿ ਸਰਦ ਰੁੱਤ ਦੇ ਪਹਿਲਾਂ ਨਵੇਂ ਕਿਰਾਏਦਾਰ ਮਿਲਣਾ ਮੁਸ਼ਕਿਲ ਹੈ। ਮੈਂ ਸਾਫ਼ ਦੇਖ ਸਕਦਾ ਸੀ ਕਿ ਕਿਰਾਏ ਦੀ ਮੇਰੀ ਸਾਰੀ ਆਮਦਨੀ ਡੁੱਬਣ ਵਾਲੀ ਹੈ ਤੇ ਯਕੀਨ ਮੰਨੋ ਮੈਂ ਬੁਰੀ ਤਰ੍ਹਾਂ ਪਗਲਾ ਗਿਆ ਸੀ। ਆਮ ਤੌਰ ਤੇ ਮੈਂ ਇਹ ਕੀਤਾ ਹੁੰਦਾ ਕਿ ਮੈਂ ਉਹਨਾਂ ਕੋਲ ਜਾ ਕੇ ਉਸ ਨੂੰ ਲੀਜ਼ ਦੇ ਸਮਝੌਤੇ ਨੂੰ ਫੇਰ ਤੋਂ ਪੜ੍ਹਨ ਦੀ ਸਲਾਹ ਦਿੱਤੀ ਹੁੰਦੀ। ਮੈਂ ਦੱਸਿਆ ਹੁੰਦਾ ਜੇਕਰ ਉਸਨੇ ਮਕਾਨ ਖਾਲੀ ਕੀਤਾ ਤੇ ਉਸਨੂੰ ਪੂਰੇ ਸਾਲ ਦਾ ਪੂਰਾ ਕਿਰਾਇਆ ਇੱਕ ਮੁਸ਼ਤ ਚੁਕਾਉਣਾ ਪਵੇਗਾ ਤੇ ਮੈਂ ਕਾਨੂੰਨੀ ਤਰੀਕਿਆਂ ਦਾ ਇਸਤੇਮਾਲ ਕਰਕੇ ਉਸ ਕੋਲੋਂ ਪੈਸੇ ਵਸੂਲ ਕਰ ਸਕਦਾ ਸੀ ਤੇ ਮੈਂ ਇਸੇ ਤਰ੍ਹਾਂ ਹੀ ਕੀਤਾ ਹੁੰਦਾ। ਪਰੰਤੂ ਮੈਂ ਗੁੱਸੇ ਵਿੱਚ ਆ ਕੇ ਬਖੇੜੇ ਨੂੰ ਹੋਰ ਵਧਾਉਣ ਦੀ ਬਜਾਏ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕਰਨ ਦਾ ਨਿਸ਼ਚੈ ਕੀਤਾ। ਮੈਂ ਕਿਹਾ, ਮਿਸਟਰ ਡੋ, ਮੈਂ ਤੁਹਾਡੀ ਗੱਲ ਸੁਣ ਲਈ ਹੈ। ਮੈਨੂੰ ਹੁਣ ਵੀ ਯਕੀਨ ਨਹੀਂ ਹੋ ਰਿਹਾ ਕਿ ਤੁਸੀਂ ਮਕਾਨ ਖਾਲੀ ਕਰਨਾ ਚਾਹੁੰਦੇ ਹੋ। ਸਾਲਾਂ ਤੱਕ ਕਿਰਾਏ ਉੱਪਰ ਮਕਾਨ ਦੇਣ ਕਾਰਨ ਮੈਨੂੰ ਮਨੁੱਖੀ ਸੁਭਾਅ ਦਾ ਕਾਫੀ ਗਿਆਨ ਹੋ ਗਿਆ ਹੈ। ਤੁਸੀਂ ਜਦੋਂ ਇਹ ਮਕਾਨ ਲੈਣ ਲਈ ਆਏ ਸੀ ਉਦੋਂ ਹੀ ਮੈਂ ਦੇਖ ਲਿਆ ਸੀ ਕਿ ਤੁਸੀਂ ਆਪਣੇ ਵਾਅਦੇ ਦੇ ਪੱਕੇ ਇਨਸਾਨ ਹੋ। ਮੈਨੂੰ ਹੁਣ ਵੀ ਇਹੀ ਲੱਗਦਾ, ਇਸ ਲਈ ਮੈਂ ਤੁਹਾਡੇ ਸਾਹਮਣੇ ਇਹ ਜੋਖਮ ਭਰੀ ਪੇਸ਼ਕਸ਼ ਰੱਖਣਾ ਚਾਹੁੰਦਾ ਹਾਂ। ਇਹ ਰਹੀ ਮੇਰੀ ਪੇਸ਼ਕਸ਼। ਇਸ ਉੱਤੇ ਕੁਝ ਦਿਨ ਸੋਚੋ ਫਿਰ ਜਵਾਬ ਦਿਓ। ਜੇਕਰ ਤੁਸੀਂ 1 ਤਰੀਕ ਨੂੰ ਆ ਕੇ ਮੈਨੂੰ ਇਹ ਕਹੋਗੇ ਕਿ ਤੁਸੀਂ ਹੁਣ ਵੀ ਮਕਾਨ ਛੱਡਣਾ ਚਾਹੁੰਦੇ ਹੋ, ਮੈਂ ਤੁਹਾਨੂੰ ਵਾਅਦਾ ਕਰਦਾ ਕਿ ਮੈਂ ਤੁਹਾਡੇ ਨਿਰਣੇ ਨੂੰ ਅੰਤਮ ਮੰਨ ਲਵਾਂਗਾ। ਮੈਂ ਤੁਹਾਨੂੰ ਜਾਣ ਦਿਆਂਗਾ ਤੇ ਇਹ ਮੰਨ ਲਵਾਂਗਾ ਕਿ ਤੁਹਾਡੇ ਬਾਰੇ ਮੇਰੀ ਧਾਰਨਾ ਗਲਤ ਸੀ, ਪਰੰਤੂ ਮੇਰਾ ਹੁਣ ਵੀ ਵਿਸ਼ਵਾਸ ਹੈ ਕਿ ਤੁਸੀਂ ਆਪਣੇ ਵਾਅਦੇ ਦੇ ਪੱਕੇ ਹੋ ਤੇ ਤੁਸੀਂ ਸਮਝੌਤੇ ਦਾ ਪਾਲਣ ਕਰੋਗੇ। ਅਸੀਂ ਜਾਂ ਤਾਂ ਆਦਮੀ ਹਾਂ ਜਾਂ ਫਿਰ ਬਾਂਦਰ, ਅਤੇ ਵਿਕਲਪ ਚੁਣਨਾ ਆਮ ਤੌਰ ਤੇ ਸਾਡੇ ਹੱਥਾਂ ਵਿੱਚ ਹੀ ਹੁੰਦਾ। ਅਗਲੇ ਮਹੀਨੇ ਉਹ ਕਿਰਾਏਦਾਰ ਆਇਆ ਤੇ ਉਸਨੇ ਮੈਨੂੰ ਖੁਦ ਕਿਰਾਇਆ ਦਿੱਤਾ। ਉਸਨੇ ਅਤੇ ਉਸਦੀ ਪਤਨੀ ਨੇ ਇਸ ਬਾਰੇ ਚਰਚਾ ਕੀਤੀ ਅਤੇ ਰੁਕਣ ਦਾ ਫੈਸਲਾ ਲਿਆ। ਉਹ ਇਸ ਨਤੀਜੇ ਉੱਪਰ ਪੁੱਜੇ ਕਿ ਆਪਣੇ ਸਨਮਾਨ ਨੂੰ ਬਚਾਏ ਰੱਖਣ ਦਾ ਉਹਨਾਂ ਕੋਲ ਇਹੀ ਇਕੱਲਾ ਤਰੀਕਾ ਸੀ ਕਿ ਉਹ ਲੀਜ਼ ਦੀਆਂ ਸ਼ਰਤਾਂ ਮੁਤਾਬਕ ਚੱਲਣ। ਜਦੋਂ ਲਾਰਡ ਨਾਰਥਕਲਿਫ ਨਹੀਂ ਚਾਹੁੰਦੇ ਸਨ ਕਿ ਇੱਕ ਅਖਬਾਰ ਉਹਨਾਂ ਦੀ ਇੱਕ ਖਾਸ ਤਸਵੀਰ ਪ੍ਰਕਾਸ਼ਿਤ ਕਰੇ ਤਾਂ ਉਹਨਾਂ ਨੇ ਸੰਪਾਦਕ ਨੂੰ ਇੱਕ ਖੱਤ ਲਿਖਿਆ ਕਿ ਖੱਤ ਵਿੱਚ ਉਹਨਾਂ ਨੇ ਇਹ ਲਿਖਿਆ, ਕਿਰਪਾ ਕਰਕੇ ਮੇਰੀ ਇਹ ਤਸਵੀਰ ਨਾ ਛਾਪੋ ਕਿਉਂਕਿ ਮੈਂ ਤਸਵੀਰ ਨੂੰ ਪਸੰਦ ਨਹੀਂ ਕਰਦਾ। ਨਹੀਂ, ਉਹਨਾਂ ਨੇ ਇੱਕ ਆਦਰਸ਼ਵਾਦੀ ਗੱਲ ਲਿਖੀ। ਉਹਨਾਂ ਨੇ ਹਰ ਆਦਮੀ ਦੇ ਦਿਲ ਵਿੱਚ ਮੌਜੂਦ ਮਾਂ ਪ੍ਰਤੀ ਪ੍ਰੇਮ ਅਤੇ ਸਨਮਾਨ ਦੀ ਭਾਵਨਾ ਦਾ ਸਹਾਰਾ ਲਿਆ। ਉਹਨਾਂ ਨੇ ਲਿਖਿਆ, ਕਿਰਪਾ ਕਰਕੇ ਮੇਰੀ ਉਹ ਤਸਵੀਰ ਨਾ ਛਾਪਿਓ। ਉਹ ਤਸਵੀਰ ਮੇਰੀ ਮਾਂ ਨੂੰ ਪਸੰਦ ਨਹੀਂ ਹੈ। ਜੌਨ ਡੀ ਰਾਕਫੈਲਰ ਜੂਨੀਅਰ ਨਹੀਂ ਸਨ ਚਾਹੁੰਦੇ ਕਿ ਅਖਬਾਰ ਦੇ ਕੈਮਰਾਮੈਨ ਉਹਨਾਂ ਦੇ ਬੱਚਿਆਂ ਦੀ ਫੋਟੋ ਲੈਣ। ਉਹਨਾਂ ਨੇ ਕਿਹਾ, ਮੈਂ ਨਹੀਂ ਚਾਹੁੰਦਾ ਕਿ ਮੇਰੇ ਬੱਚਿਆਂ ਦੀਆਂ ਤਸਵੀਰਾਂ ਛਾਪੋ। ਨਹੀਂ, ਉਹਨਾਂ ਨੇ ਸਾਡੇ ਅੰਦਰ ਲੁਕੀ ਉਸ ਇੱਛਾ ਦਾ ਸਹਾਰਾ ਲਿਆ ਜਿਹੜੀ ਬੱਚਿਆਂ ਨੂੰ ਨੁਕਸਾਨ ਤੋਂ ਬਚਾਉਣਾ ਚਾਹੁੰਦੀ ਹੈ। ਉਹਨਾਂ ਨੇ ਕਿਹਾ, ਤੁਹਾਡੇ ਵਿੱਚੋਂ ਕਈ ਲੋਕਾਂ ਦੇ ਬੱਚੇ ਹੋਣਗੇ। ਤੁਸੀਂ ਤਾਂ ਜਾਣਦੇ ਹੋ ਕਿ ਬੱਚਿਆਂ ਨੂੰ ਇੰਨਾ ਪ੍ਰਚਾਰ ਮਿਲਣਾ ਉਹਨਾਂ ਲਈ ਚੰਗਾ ਨਹੀਂ ਹੁੰਦਾ। ਮੈਨ ਦੇ ਗਰੀਬ ਲੜਕੇ ਸਾਇਰਸ S.K. ਕਰਟਿਸ ਜਦੋਂ ਆਪਣਾ ਕਰੀਅਰ ਸ਼ੁਰੂ ਕਰ ਰਿਹਾ ਸੀ, ਜਿਸ ਨੇ ਉਹਨਾਂ ਨੂੰ ਦੀ ਸੈਟਰਡੇ ਈਵਨਿੰਗ ਪੋਸਟ ਅਤੇ ਲੇਡੀਜ਼ ਹੋਮ ਜਨਰਲ ਦਾ ਮਾਲਿਕ ਬਣਾ ਕੇ ਕਰੋੜਾਂ ਦੀ ਕਮਾਈ ਦਿੱਤੀ, ਤਾਂ ਉਹ ਆਪਣੇ ਲੇਖਕਾਂ ਨੂੰ ਉਨੀ ਰਕਮ ਨਹੀਂ ਸਨ ਦੇ ਸਕਦੇ ਜਿੰਨੀ ਉਹਨਾਂ ਦੇ ਵਿਰੋਧੀ ਦੇ ਸਕਦੇ ਸਨ। ਉਹ ਸਿਰਫ ਪੈਸਿਆਂ ਲਈ ਨਾਮੀ ਲੇਖਕਾਂ ਤੋਂ ਲੇਖ ਨਹੀਂ ਲਿਖਵਾ ਸਕਦੇ ਸਨ। ਇਸ ਲਈ ਉਹਨਾਂ ਨੇ ਆਦਰਸ਼ਵਾਦੀ ਕਾਰਨਾਂ ਦਾ ਸਹਾਰਾ ਲਿਆ। ਮਿਸਾਲ ਲਈ, ਉਹਨਾਂ ਨੇ ਲਿਟਲ ਵਿਮਨ ਦੀ ਅਮਰ ਲੇਖਿਕਾ ਲੁਈਸਾ ਮੇ ਐਲਕਟ ਨੂੰ ਵੀ ਆਪਣੇ ਸਮਾਚਾਰ ਪੱਤਰ ਲਈ ਲਿਖਣ ਲਈ ਰਾਜੀ ਕਰ ਲਿਆ ਤੇ ਉਹਨਾਂ ਨੇ ਇਹ ਕੰਮ ਉਸ ਸਮੇਂ ਕੀਤਾ ਜਦੋਂ ਉਹ ਆਪਣੀ ਪ੍ਰਸਿੱਧੀ ਦੇ ਸਿਖਰ ਤੇ ਸੀ। ਉਹਨਾਂ ਨੇ ਇਹ ਕਿਵੇਂ ਕੀਤਾ? $100 ਦਾ ਚੈੱਕ ਦੇ ਕੇ, ਜਿਹੜਾ ਉਹਨਾਂ ਦਾ ਨਹੀਂ
ਬਲਕਿ ਉਹਨਾਂ ਦੀ ਮਨਪਸੰਦ ਚੈਰਿਟੀ ਦੇ ਨਾਂ ਸੀ। ਅਵਿਸ਼ਵਾਸੀ ਵਿਅਕਤੀ ਇੱਥੇ ਇਹ ਕਹਿ ਸਕਦੇ ਹਨ, ਇਹ ਸਾਰਾ ਨੌਰਥਕਿਫ ਅਤੇ ਰੌਕਫੈਲਰ ਜਾਂ ਕਿਸੇ ਭਾਵੁਕ ਨਾਵਲਕਾਰ ਲਈ ਸਹੀ ਹੋ ਸਕਦਾ ਹੈ, ਪਰੰਤੂ ਮੈਂ ਇਹ ਦੇਖਣਾ ਪਸੰਦ ਕਰਾਂਗਾ ਕਿ ਉਹਨਾਂ ਡਾਢੇ ਲੋਕਾਂ ਨਾਲ ਕਿਵੇਂ ਸਫਲ ਹੋਵੇਗਾ ਜਿਨ੍ਹਾਂ ਕੋਲੋਂ ਮੈਨੂੰ ਵਸੂਲੀ ਕਰਨੀ ਪੈਂਦੀ ਹੈ। ਤੁਸੀਂ ਸਹੀ ਹੋ ਸਕਦੇ ਹੋ। ਕੋਈ ਵੀ ਸਿਧਾਂਤ ਸਾਰੇ ਮਾਮਲਿਆਂ ਵਿੱਚ ਸਫਲ ਨਹੀਂ ਹੋਵੇਗਾ, ਹਰ ਵਿਅਕਤੀ ਲਈ ਕੰਮ ਨਹੀਂ ਕਰੇਗਾ। ਜੇਕਰ ਤੁਸੀਂ ਉਹਨਾਂ ਨਤੀਜਿਆਂ ਤੋਂ ਸੰਤੁਸ਼ਟ ਹੋ ਜਿਹੜੇ ਤੁਹਾਨੂੰ ਅੱਜ ਮਿਲ ਰਹੇ ਹਨ ਤਾਂ ਤੁਹਾਨੂੰ ਬਦਲਣ ਦੀ ਕੀ ਲੋੜ ਹੈ, ਪਰੰਤੂ ਜੇਕਰ ਅਸੰਤੁਸ਼ਟ ਹੋ ਤਾਂ ਪ੍ਰਯੋਗ ਕਰਕੇ ਦੇਖਣ ਵਿੱਚ ਹਰਜ ਵੀ ਕੀ ਹੈ। ਭਾਵੇਂ ਜੋ ਵੀ ਹੋਵੇ, ਮੈਨੂੰ ਲੱਗਦਾ ਹੈ ਕਿ ਤੁਸੀਂ ਮੇਰੇ ਸਾਬਕਾ ਵਿਦਿਆਰਥੀ ਜੇਮਸ ਐਲ ਥਾਮਸ ਦੀ ਇਹ ਸੱਚੀ ਕਹਾਣੀ ਪੜ੍ਹਨ ਵਿੱਚ ਆਨੰਦ ਲਵੋਗੇ। ਇੱਕ ਆਟੋਮੋਬਾਈਲ ਕੰਪਨੀ ਦੇ 6 ਗ੍ਰਾਹਕਾਂ ਨੇ ਸਰਵਿਸਿੰਗ ਦੇ ਬਿੱਲ ਚੁਕਾਉਣ ਤੋਂ ਇਨਕਾਰ ਕਰ ਦਿੱਤਾ। ਕਿਸੇ ਵੀ ਗ੍ਰਾਹਕ ਨੇ ਪੂਰੇ ਬਿੱਲ ਉੱਤੇ ਉਜਰ ਨਹੀਂ ਸੀ ਕੀਤਾ, ਪਰੰਤੂ ਸਾਰਿਆਂ ਦਾ ਇਹ ਕਹਿਣਾ ਸੀ ਕਿ ਉਹਨਾਂ ਨੂੰ ਜ਼ਰੂਰਤ ਤੋਂ ਵੱਧ ਬਿੱਲ ਦਿੱਤਾ ਗਿਆ। ਬਿੱਲ ਕਾਰਡ ਉੱਤੇ ਹਰ ਗ੍ਰਾਹਕ ਦੇ ਦਸਤਖਤ ਸਨ, ਇਸ ਲਈ ਕੰਪਨੀ ਜਾਣਦੀ ਸੀ ਕਿ ਉਸ ਦਾ ਦਾਅਵਾ ਸਹੀ ਸੀ ਤੇ ਕੰਪਨੀ ਨੇ ਇਹੀ ਗੱਲ ਗਾਹਕਾਂ ਨੂੰ ਖੱਤ ਲਿਖ ਕੇ ਭਜਵਾ ਦਿੱਤੀ। ਇਹ ਪਹਿਲੀ ਗਲਤੀ ਸੀ। ਕ੍ਰੈਡਿਟ ਡਿਪਾਰਟਮੈਂਟ ਦੇ ਆਦਮੀਆਂ ਨੇ ਵਸੂਲੀ ਲਈ ਇਹ ਕਦਮ ਚੁੱਕੇ। ਤੁਹਾਨੂੰ ਕੀ ਲੱਗਦਾ ਇਹ ਸਫਲ ਹੋਏ ਹੋਣਗੇ? ਕੰਪਨੀ ਦੇ ਏਜੰਟ ਹਰ ਗ੍ਰਾਹਕ ਦੇ ਘਰ ਗਏ, ਉਹਨਾਂ ਨੂੰ ਸਾਫ਼-ਸਾਫ਼ ਦੱਸ ਦਿੱਤਾ ਕਿ ਉਹ ਬਿੱਲ ਦੀ ਵਸੂਲੀ ਲਈ ਆਏ ਹਨ ਜਿਸ ਦਾ ਭੁਗਤਾਨ ਲੰਮੇ ਸਮੇਂ ਤੋਂ ਅਟਕਿਆ ਹੋਇਆ ਹੈ। ਉਹਨਾਂ ਨੇ ਸਪਸ਼ਟ ਦੱਸ ਦਿੱਤਾ ਕਿ ਕੰਪਨੀ ਪੂਰੀ ਤਰ੍ਹਾਂ ਨਾਲ ਸਹੀ ਸੀ, ਇਸ ਲਈ ਗਾਹਕ ਪੂਰੀ ਤਰ੍ਹਾਂ ਨਾਲ ਗਲਤ ਹਨ। ਉਹਨਾਂ ਨੇ ਦੱਸਿਆ ਕਿ ਆਟੋਮੋਬਾਈਲ ਦੀ ਜਿੰਨੀ ਸਮਝ ਗਾਹਕਾਂ ਨੂੰ ਹੈ ਉਸ ਤੋਂ ਜ਼ਿਆਦਾ ਸਮਝ ਆਟੋਮੋਬਾਈਲ ਕੰਪਨੀ ਨੂੰ ਹੈ, ਇਸ ਲਈ ਗਾਹਕਾਂ ਨੂੰ ਬਹਿਸ ਨਹੀਂ ਕਰਨੀ ਚਾਹੀਦੀ। ਨਤੀਜਾ ਬਹਿਸ ਚੱਲਦੀ ਰਹੀ ਕਿ ਇਹਨਾਂ ਵਿੱਚੋਂ ਕਿਸੇ ਵੀ ਤਰੀਕੇ ਨਾਲ ਗਾਹਕ ਮੰਨ ਗਿਆ ਤੇ ਉਸਨੇ ਆਪਣੇ ਬਿੱਲ ਦਾ ਭੁਗਤਾਨ ਕਰ ਦਿੱਤਾ। ਤੁਸੀਂ ਇਸ ਦਾ ਜਵਾਬ ਆਪ ਦੇ ਸਕਦੇ ਹੋ। ਇਸ ਹਾਲਤ ਵਿੱਚ ਕ੍ਰੈਡਿਟ ਮੈਨੇਜਰ ਕਾਨੂੰਨੀ ਕਾਰਵਾਈ ਕਰਨ ਦੇ ਮੂਡ ਵਿੱਚ ਆ ਚੁੱਕਿਆ ਸੀ। ਉਦੋਂ ਹੀ ਖੁਸ਼ਕਿਸਮਤੀ ਨਾਲ ਇਹ ਮਾਮਲਾ ਜਨਰਲ ਮੈਨੇਜਰ ਦੀ ਨਜ਼ਰ ਆ ਗਿਆ। ਮੈਨੇਜਰ ਨੇ ਪੈਸੇ ਨਾ ਚੁਕਾਉਣ ਵਾਲੇ ਗਾਹਕਾਂ ਦੀ ਜਾਂਚ ਪੜਤਾਲ ਕੀਤੀ ਤੇ ਇਸ ਨਾਲ ਉਸਨੂੰ ਇਹ ਪਤਾ ਚੱਲਿਆ ਕਿ ਸਾਰੇ ਗਾਹਕ ਆਮ ਤੌਰ ਤੇ ਆਪਣੇ ਬਿੱਲਾਂ ਦਾ ਭੁਗਤਾਨ ਕਰਦੇ ਹਨ। ਇਸ ਲਈ ਇਸ ਗੱਲ ਦੀ ਸੰਭਾਵਨਾ ਸੀ ਕਿ ਕਿਤੇ ਨਾ ਕਿਤੇ ਵਸੂਲੀ ਦੇ ਤਰੀਕਿਆਂ ਵਿੱਚ ਕੁਝ ਗੜਬੜੀ ਹੋਈ ਹੈ। ਇਸ ਲਈ ਉਸਨੇ ਜੇਮਸ ਐਲ ਥਾਮਸ ਨੂੰ ਬੁਲਾਇਆ ਤੇ ਉਸਨੂੰ ਕਿਹਾ ਕਿ ਉਹ ਇਹਨਾਂ ਨਾ ਵਸੂਲ ਹੋਣ ਵਾਲੇ ਬਿੱਲਾਂ ਦੀ ਵਸੂਲੀ ਕਰੇ। ਮਿਸਟਰ ਥਾਮਸ ਨੇ ਕੀ ਕਦਮ ਚੁੱਕੇ, ਇਹ ਉਹਨਾਂ ਦੇ ਸ਼ਬਦਾਂ ਵਿੱਚ ਹੀ ਸੁਣੋ। ਪਹਿਲਾ ਕਦਮ, ਹਰ ਗਾਹਕ ਕੋਲ ਮੈਂ ਵੀ ਇੱਕ ਪੁਰਾਣਾ ਬਿੱਲ ਵਸੂਲ ਕਰਨ ਗਿਆ ਸੀ। ਇੱਕ ਇਹੋ ਜਿਹਾ ਬਿੱਲ ਜਿਸ ਦੇ ਬਾਰੇ ਅਸੀਂ ਜਾਣਦੇ ਸੀ ਕਿ ਅਸੀਂ ਪੂਰੀ ਤਰ੍ਹਾਂ ਸਹੀ ਹਾਂ, ਪਰੰਤੂ ਮੈਂ ਇਸ ਬਾਰੇ ਇੱਕ ਵੀ ਸ਼ਬਦ ਨਹੀਂ ਕਿਹਾ। ਮੈਂ ਦੱਸਿਆ ਕਿ ਮੈਂ ਇਹ ਜਾਣਨ ਆਇਆ ਹਾਂ ਕਿ ਕੰਪਨੀ ਨੇ ਉਹਨਾਂ ਲਈ ਕੀ ਕੀਤਾ ਹੈ ਜਾਂ ਕੀ ਨਹੀਂ ਕੀਤਾ ਗਿਆ ਹੈ। ਦੂਜਾ ਕਦਮ, ਮੈਂ ਇਹ ਵੀ ਸਪਸ਼ਟ ਕਰ ਦਿੱਤਾ ਕਿ ਜਦੋਂ ਤੱਕ ਮੈਂ ਗਾਹਕ ਦੀ ਪੂਰੀ ਗੱਲ ਨਹੀਂ ਸੁਣ ਲੈਂਦਾ ਉਦੋਂ ਤੱਕ ਇਸ ਬਾਰੇ ਮੈਂ ਆਪਣੀ ਰਾਏ ਨਹੀਂ ਬਣਾ ਸਕਦਾ। ਮੈਂ ਉਹਨਾਂ ਨੂੰ ਦੱਸਿਆ ਕਿ ਕੰਪਨੀ ਹਮੇਸ਼ਾ ਸਹੀ ਨਹੀਂ ਹੁੰਦੀ ਤੇ ਕੰਪਨੀ ਤੋਂ ਵੀ ਗਲਤੀਆਂ ਹੁੰਦੀਆਂ ਨੇ। ਤੀਜਾ ਕਦਮ, ਮੈਂ ਉਸਨੂੰ ਦੱਸਿਆ ਕਿ ਮੇਰੀ ਰੁਚੀ ਕੇਵਲ ਉਸਦੀ ਕਾਰ ਵਿੱਚ ਸੀ ਤੇ ਇਹ ਆਪਣੀ ਕਾਰ ਬਾਰੇ ਜਿੰਨਾ ਜਾਣਦਾ ਹੈ ਉਹਨਾਂ ਕੋਈ ਦੂਜਾ ਨਹੀਂ ਜਾਣ ਸਕਦਾ। ਆਪਣੀ ਕਾਰ ਦੇ ਮਾਮਲੇ ਵਿੱਚ ਉਹ ਸਭ ਤੋਂ ਵੱਡਾ ਮਾਹਰ ਹੈ। ਚੌਥਾ ਕਦਮ, ਮੈਂ ਉਸਨੂੰ ਬੋਲਣ ਦਿੱਤਾ ਤੇ ਮੈਂ ਪੂਰੀ ਰੁਚੀ ਅਤੇ ਹਮਦਰਦੀ ਨਾਲ ਉਸਦੀ ਗੱਲ ਨੂੰ ਸੁਣਦਾ ਰਿਹਾ ਤੇ ਇਹ ਉਸਨੂੰ ਚਾਹੀਦਾ ਸੀ। ਤੇ ਪੰਜਵਾਂ ਕਦਮ, ਆਖਰਕਾਰ ਜਦੋਂ ਦੋਸਤਾਨਾ ਮਾਹੌਲ ਬਣ ਗਿਆ ਤਾਂ ਮੈਂ ਪੂਰੇ ਮਾਮਲੇ ਨੂੰ ਉਸਦੇ ਵਿਵੇਕ ਅਤੇ ਅੰਤਰਾਤਮਾ ਉੱਤੇ ਛੱਡ ਦਿੱਤਾ। ਮੈਂ ਆਦਰਸ਼ਵਰਦੀ ਕਾਰਨਾਂ ਦਾ ਸਹਾਰਾ ਲਿਆ। ਮੈਂ ਕਿਹਾ, ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਕੰਪਨੀ ਨੇ ਇਸ ਪ੍ਰੋਸੀਜਰ ਨੂੰ ਠੀਕ ਤਰ੍ਹਾਂ ਨਾਲ ਨਹੀਂ ਸੰਭਾਲਿਆ। ਕੰਪਨੀ ਦੇ ਲੋਕਾਂ ਕਾਰਨ ਤੁਹਾਨੂੰ ਬਹੁਤ ਪਰੇਸ਼ਾਨੀ ਤੇ ਅਸੁਵਿਧਾ ਚੱਕਣੀ ਪਈ ਹੈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ। ਮੈਂ ਆਪਣੀ ਕੰਪਨੀ ਵੱਲੋਂ ਮਾਫੀ ਮੰਗਦਾ। ਹੁਣ ਤੱਕ ਦੀ ਚਰਚਾ ਨਾਲ ਮੈਂ ਜਾਣ ਗਿਆ ਕਿ ਤੁਹਾਡੇ ਵਿੱਚ ਕਾਫੀ ਧੀਰਜ ਅਤੇ ਸਿਆਣਪ ਹੈ, ਇਸ ਲਈ ਹੁਣ ਮੈਂ ਤੁਹਾਡੇ ਕੋਲੋਂ ਇੱਕ ਮਦਦ ਚਾਹੁੰਦਾ ਹਾਂ। ਦੂਜਾ ਕੋਈ ਵੀ ਵਿਅਕਤੀ ਇਹ ਕੰਮ ਤੁਹਾਡੇ ਤੋਂ ਬਿਹਤਰ ਤਰੀਕੇ ਨਾਲ ਨਹੀਂ ਕਰ ਸਕਦਾ ਕਿਉਂਕਿ ਇਸ ਦੇ ਬਾਰੇ ਤੁਸੀਂ ਕਿਸੇ ਦੂਜੇ ਵਿਅਕਤੀ ਤੋਂ ਜ਼ਿਆਦਾ ਜਾਣਦੇ ਹੋ। ਇਹ ਰਿਹਾ ਤੁਹਾਡਾ ਬਿੱਲ। ਮੈਂ ਤੁਹਾਡੇ ਤੇ ਭਰੋਸਾ ਕਰ ਸਕਦਾ ਹਾਂ, ਇਸ ਲਈ ਮੈਂ ਤੁਹਾਡੇ ਤੇ ਹੀ ਛੱਡ ਦਿੰਦਾ ਕਿ ਤੁਸੀਂ ਸਾਨੂੰ ਕਿੰਨਾ ਭੁਗਤਾਨ ਕਰੋ। ਇਹ ਤੁਹਾਡਾ ਬਿੱਲ ਹੈ ਤੇ ਤੁਸੀਂ ਇਸ ਵਿੱਚ ਜਿੰਨੀ ਰਕਮ ਦਾ ਭੁਗਤਾਨ ਕਰਨਾ ਚਾਹੋ ਕਰ ਦਿਓ। ਤੁਹਾਡਾ ਫੈਸਲਾ ਸਾਨੂੰ ਮਨਜ਼ੂਰ ਹੋਵੇਗਾ। ਕੀ ਗਾਹਕ ਨੇ ਬਿੱਲ ਦੀ ਰਕਮ ਪੂਰੀ ਨਹੀਂ ਚੁਕਾਈ ਅਤੇ ਇਸ ਕਾਰਨ ਵਿੱਚ ਉਹਨਾਂ ਨੂੰ ਰੋਮਾਂਚ ਦਾ ਅਨੁਭਵ ਵੀ ਹੋਇਆ। ਬਿੱਲ ਦੀ ਰਕਮ $150 ਤੋਂ $400 ਦੇ ਵਿਚਕਾਰ ਸੀ, ਪਰੰਤੂ ਕੀ ਗਾਹਕ ਨੇ ਸਵਾਰਥਪੂਰਨ ਰਵੱਈਏ ਦਾ ਪਰਿਚੈ ਦਿੱਤਾ? ਹਾਂ, ਉਹਨਾਂ ਵਿੱਚੋਂ ਇੱਕ ਨੇ ਇਸ ਤਰ੍ਹਾਂ ਕੀਤਾ। ਇੱਕ ਆਦਮੀ ਨੇ ਵਿਵਾਦੀ ਰਕਮ ਦਾ ਭੁਗਤਾਨ ਨਹੀਂ ਕੀਤਾ, ਪਰੰਤੂ ਬਾਕੀ 5 ਨੇ ਵਿਵਾਦੀ ਰਕਮ ਦੇ ਜ਼ਿਆਦਾਤਰ ਹਿੱਸੇ ਦਾ ਭੁਗਤਾਨ ਕਰ ਦਿੱਤਾ। ਤੇ ਇਸ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਸਾਰੇ 6 ਗਾਹਕਾਂ ਨੇ ਅਗਲੇ 2 ਸਾਲਾਂ ਵਿੱਚ ਵੀ ਸਾਡੀ ਕੰਪਨੀ ਤੋਂ ਨਵੀਆਂ ਕਾਰਾਂ ਖਰੀਦੀਆਂ। ਥਾਮਸ ਦਾ ਕਹਿਣਾ ਹੈ, ਅਨੁਭਵ ਨੇ ਮੈਨੂੰ ਇਹ ਸਿਖਾਇਆ ਕਿ ਜਦੋਂ ਗਾਹਕ ਬਾਰੇ ਕੋਈ ਜਾਣਕਾਰੀ ਹਾਸਲ ਨਾ ਹੋ ਸਕੇ ਤਾਂ ਇਹ ਮੰਨਣਾ ਉਚਿਤ ਹੈ ਕਿ ਉਹ ਇਮਾਨਦਾਰ, ਗੰਭੀਰ, ਸੱਚਾ ਹੈ ਅਤੇ ਬਿੱਲ ਦਾ ਭੁਗਤਾਨ ਕਰਨ ਦਾ ਚਾਹਵਾਨ ਹੈ। ਪਰੰਤੂ ਉਦੋਂ ਜਦੋਂ ਉਸਨੂੰ ਇਹ ਵਿਸ਼ਵਾਸ ਹੋ ਜਾਏ ਕਿ ਬਿੱਲ ਸਹੀ ਹੈ, ਇਸ ਨੂੰ ਅਲੱਗ ਤਰ੍ਹਾਂ ਨਾਲ ਅਤੇ ਸ਼ਾਇਦ ਜ਼ਿਆਦਾ ਸਪਸ਼ਟ ਢੰਗ ਨਾਲ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਗਾਹਕ ਆਮ ਤੌਰ 'ਤੇ ਇਮਾਨਦਾਰ ਹੁੰਦੇ ਨੇ ਤੇ ਭੁਗਤਾਨ ਕਰਨਾ ਚਾਹੁੰਦੇ ਨੇ। ਇਸ ਨਿਯਮ ਦੇ ਬਹੁਤ ਘੱਟ ਅਪਵਾਦ ਹੁੰਦੇ ਨੇ ਤੇ ਮੈਨੂੰ ਵਿਸ਼ਵਾਸ ਹੈ ਕਿ ਇਹੋ ਜਿਹੇ ਲੋਕਾਂ ਨੂੰ ਜੇਕਰ ਤੁਸੀਂ ਇਹ ਅਹਿਸਾਸ ਦਿਵਾ ਦਿਓ ਕਿ ਤੁਸੀਂ ਉਹਨਾਂ ਨੂੰ ਇਮਾਨਦਾਰ ਸਮਝਦੇ ਹੋ
ਤਾਂ ਉਹ ਤੁਹਾਡੇ ਨਾਲ ਇਮਾਨਦਾਰੀ ਨਾਲ ਪੇਸ਼ ਆਉਣਗੇ। ਸਿਧਾਂਤ 10ਵਾਂ, ਆਦਰਸ਼ਵਰਤੀ ਸਿਧਾਂਤਾਂ ਦਾ ਸਹਾਰਾ ਲਓ। ਅਗਲਾ ਚੈਪਟਰ, ਫਿਲਮਾਂ ਵਿੱਚ ਵੀ ਇਹ ਹੁੰਦਾ ਹੈ, ਟੀਵੀ ਵਿੱਚ ਵੀ ਇਹੀ ਹੁੰਦਾ, ਤੁਹਾਡੇ ਕੋਲੋਂ ਇਹ ਕਿਉਂ ਨਹੀਂ ਹੁੰਦਾ? ਕਈ ਸਾਲ ਪਹਿਲਾਂ ਫਿਲਾਡੈਲਫੀਆ ਦੇ ਅਖਬਾਰ ਈਵਨਿੰਗ ਬੁਲੇਟਿਨ ਦੇ ਖਿਲਾਫ ਇੱਕ ਖਤਰਨਾਕ ਅਫਵਾਹ ਫੈਲਾਈ ਜਾ ਰਹੀ ਸੀ। ਇਸ ਦੁਰਭਾਵਨਾਪੂਰਨ ਅਫਵਾਹ ਨੂੰ ਤੇਜ਼ੀ ਨਾਲ ਫੈਲਾਇਆ ਜਾ ਰਿਹਾ ਸੀ। ਵਿਗਿਆਨ ਦੇਣ ਵਾਲਿਆਂ ਨੂੰ ਇਹੀ ਦੱਸਿਆ ਜਾ ਰਿਹਾ ਸੀ ਕਿ ਹੁਣ ਪਾਠਕ ਇਸ ਅਖਬਾਰ ਵਿੱਚ ਘੱਟ ਰੁਚੀ ਲੈ ਰਹੇ ਹਨ ਕਿਉਂਕਿ ਇਸ ਵਿੱਚ ਵਿਗਿਆਪਨ ਬਹੁਤ ਹੁੰਦੇ ਨੇ ਤੇ ਪੜ੍ਹਨ ਦੀ ਸਮੱਗਰੀ ਬੜੀ ਘੱਟ ਹੁੰਦੀ ਹੈ। ਅਫਵਾਹ ਨੂੰ ਦਬਾਉਣ ਲਈ ਤੁਰੰਤ ਐਕਸ਼ਨ ਲੈਣਾ ਜ਼ਰੂਰੀ ਸੀ, ਪਰੰਤੂ ਕਿਵੇਂ? ਅਖਬਾਰ ਨੇ ਅਫਵਾਹ ਦਾ ਜਵਾਬ ਇਸ ਤਰ੍ਹਾਂ ਦਿੱਤਾ। ਬੁਲੇਟਿਨ ਨੇ ਇੱਕ ਦਿਨ ਦੇ ਅਖਬਾਰ ਤੋਂ ਹਰ ਤਰ੍ਹਾਂ ਦੀਆਂ ਖਬਰਾਂ ਨੂੰ ਕੱਟਿਆ, ਉਸ ਦਾ ਵਰਗੀਕਰਨ ਕੀਤਾ ਅਤੇ ਉਸ ਨੂੰ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਕੀਤਾ। ਇਸ ਪੁਸਤਕ ਦਾ ਨਾਮ ਰੱਖਿਆ ਗਿਆ ਵਨ ਡੇ। ਪੁਸਤਕ ਵਿੱਚ 307 ਪੇਜ ਸਨ। ਇਸ ਦਾ ਆਕਾਰ ਕਿਸੇ ਹਾਰਡ ਕਵਰ ਪੁਸਤਕ ਵਾਂਗ ਹੀ ਸੀ। ਜੇਕਰ ਇਸ ਨੂੰ ਬਤੌਰ ਇੱਕ ਪੁਸਤਕ ਵੇਚਿਆ ਜਾਂਦਾ ਤਾਂ ਇਸ ਦੀ ਕੀਮਤ ਕੁਝ ਡਾਲਰ ਹੋਣੀ ਚਾਹੀਦੀ ਸੀ, ਪਰੰਤੂ ਅਖਬਾਰ ਨੇ ਇਹ ਸਾਰੀਆਂ ਖਬਰਾਂ ਅਤੇ ਲੇਖ ਇੱਕੋ ਦਿਨ ਵਿੱਚ ਛਾਪੇ ਸਨ ਤੇ ਇਹਨਾਂ ਦੀ ਕੀਮਤ ਕੁਝ ਡਾਲਰ ਨਹੀਂ, ਸਿਰਫ ਕੁਝ ਸੈਂਟ ਸੀ। ਪੁਸਤਕ ਛਾਪਣ ਨਾਲ ਇਹ ਤੱਥ ਨਾਟਕੀ ਤੌਰ ਤੇ ਸਾਹਮਣੇ ਆਏ ਕਿ ਬੁਲੇਟਿਨ ਆਪਣੇ ਪਾਠਕਾਂ ਲਈ ਬਹੁਤ ਜ਼ਿਆਦਾ ਰੌਚਕ ਜਾਣਕਾਰੀ ਛਾਪਦਾ ਹੈ। ਇਸ ਕਾਰਨ ਤੱਥ ਜ਼ਿਆਦਾ ਉੱਭਰ ਕੇ ਆਏ, ਜ਼ਿਆਦਾ ਰੌਚਕਤਾ ਨਾਲ, ਜ਼ਿਆਦਾ ਪ੍ਰਭਾਵੀ ਢੰਗ ਨਾਲ ਚੀਜ਼ਾਂ ਸਾਹਮਣੇ ਆਈਆਂ। ਅੰਕੜਿਆਂ ਜਾਂ ਫੋਕੀਆਂ ਗੱਲਾਂ ਨਾਲ ਇਸ ਅਫਵਾਹ ਦਾ ਇੰਨੀ ਚੰਗੀ ਤਰ੍ਹਾਂ ਨਾਲ ਜਵਾਬ ਨਹੀਂ ਦਿੱਤਾ ਜਾ ਸਕਦਾ ਸੀ। ਇਹ ਨਾਟਕੀਕਰਨ ਦਾ ਦੌਰ ਹੈ। ਸਿਰਫ ਸੱਚ ਕਹਿਣਾ ਕਾਫੀ ਨਹੀਂ ਹੁੰਦਾ, ਸੱਚ ਨੂੰ ਨਾਟਕੀ ਅਤੇ ਰੌਚਕ ਤਰੀਕੇ ਨਾਲ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਤੁਹਾਨੂੰ ਸ਼ੋਮੈਨਸ਼ਿਪ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਹ ਫਿਲਮਾਂ ਵਿੱਚ ਹੁੰਦਾ, ਟੀਵੀ 'ਚ ਹੁੰਦਾ। ਜੇਕਰ ਤੁਸੀਂ ਲੋਕਾਂ ਦਾ ਧਿਆਨ ਆਕਰਸ਼ਿਤ ਕਰਨਾ ਚਾਹੁੰਦੇ ਆ ਤੇ ਤੁਹਾਨੂੰ ਵੀ ਇਹੀ ਕਰਨਾ ਹੋਵੇਗਾ। ਵਿੰਡੋ ਡਿਸਪਲੇ ਦੇ ਮਾਹਰ ਨਾਟਕੀਕਰਨ ਦੀ ਸ਼ਕਤੀ ਨੂੰ ਜਾਣਦੇ ਨੇ। ਮਿਸਾਲ ਲਈ ਇੱਕ ਨਵੀਂ ਚੂਹਾਮਾਰ ਦਵਾ ਦੇ ਨਿਰਮਾਤਾ ਨੇ ਆਪਣੇ ਡੀਲਰਜ਼ ਨੂੰ ਵਿੰਡੋ ਡਿਸਪਲੇ ਦਾ ਜੋ ਸਮਾਨ ਦਿੱਤਾ ਹੈ ਉਸ ਵਿੱਚ 2 ਜਿੰਦਾ ਚੂਹੇ ਵੀ ਸ਼ਾਮਲ ਸਨ। ਜਿਸ ਹਫ਼ਤੇ ਜਿੰਦਾ ਚੂਹਿਆਂ ਨੂੰ ਸ਼ੋਕੇਸ ਵਿੱਚ ਰੱਖਿਆ ਗਿਆ, ਵਿਕਰੀ ਆਮ ਦਿਨਾਂ ਦੇ ਮੁਕਾਬਲੇ 5 ਗੁਣਾ ਜ਼ਿਆਦਾ ਵੱਧ ਗਈ। ਟੀਵੀ ਉੱਤੇ ਆਉਣ ਵਾਲੇ ਵਿਗਿਆਪਨਾਂ ਨੂੰ ਦੇਖੋ ਜਿਨ੍ਹਾਂ ਵਿੱਚ ਸਮਾਨ ਵੇਚਣ ਦੀਆਂ ਨਾਟਕੀ ਤਕਨੀਕਾਂ ਦਾ ਪ੍ਰਯੋਗ ਹੁੰਦਾ ਹੈ। ਇੱਕ ਦਿਨ ਸ਼ਾਮ ਨੂੰ ਆਪਣੇ ਟੀਵੀ ਸੈੱਟ ਸਾਹਮਣੇ ਬੈਠੋ ਤੇ ਇਸ ਗੱਲ ਉੱਪਰ ਧਿਆਨ ਦਿਓ ਕਿ ਵਿਗਿਆਪਨ ਦੇਣ ਵਾਲੇ ਕਿਸ ਤਰ੍ਹਾਂ ਆਪਣੇ ਪ੍ਰੋਡਕਟ ਦਾ ਵਿਗਿਆਪਨ ਕਰਦੇ ਨੇ। ਤੁਹਾਨੂੰ ਪਤਾ ਚੱਲੇਗਾ ਕਿ ਇੱਕ ਐਂਟਾਸਿਡ ਦਵਾ ਇੱਕ ਟੈਸਟ ਟਿਊਬ ਵਿੱਚ ਐਸਿਡ ਦਾ ਰੰਗ ਬਦਲ ਦਿੰਦੀ ਹੈ, ਜਦੋਂ ਕਿ ਇਸ ਦੀ ਵਿਰੋਧੀ ਦਵਾ ਇਸ ਤਰ੍ਹਾਂ ਨਹੀਂ ਕਰ ਪਾਉਂਦੀ। ਸਾਬਣ ਜਾਂ ਡਿਟਰਜੈਂਟ ਦਾ ਇੱਕ ਬ੍ਰਾਂਡ ਇੱਕ ਮੈਲੀ ਸ਼ਰਟ ਨੂੰ ਲਿਸ਼ਕਾ ਕੇ ਚਿੱਟਾ ਕਰ ਦਿੰਦਾ, ਜਦੋਂ ਕਿ ਦੂਜੇ ਬ੍ਰਾਂਡ ਦੀ ਸਫਾਈ ਵਿੱਚ ਪੀਲਾਪਣ ਹੁੰਦਾ। ਤੁਸੀਂ ਇਹ ਵੀ ਦੇਖੋਗੇ ਕਿ ਇੱਕ ਕਾਰ ਕਈ ਵਾਰ ਘੁੰਮਦੀ ਤੇ ਮੁੜਦੀ ਹੈ, ਜਿਹੜੀ ਸਿਰਫ ਦੱਸੇ ਜਾਣ ਤੋਂ ਕਿਤੇ ਬਿਹਤਰ ਹੈ। ਤੁਹਾਨੂੰ ਸਮਾਨ ਖਰੀਦਣ ਵਾਲੇ ਲੋਕ ਖੁਸ਼, ਹੱਸਦੇ, ਮੁਸਕਰਾਉਂਦੇ ਚਿਹਰੇ ਦਿਖਾਈ ਦਿੰਦੇ ਨੇ। ਇਸ ਤਰ੍ਹਾਂ ਦਰਸ਼ਕਾਂ ਸਾਹਮਣੇ ਫਾਇਦਿਆਂ ਦਾ ਨਾਟਕੀ ਪ੍ਰਦਰਸ਼ਨ ਕੀਤਾ ਜਾਂਦਾ ਹੈ ਅਤੇ ਇਸੇ ਵਜ੍ਹਾ ਨਾਲ ਲੋਕ ਉਸ ਸਮਾਨ ਨੂੰ ਖਰੀਦਣ ਲਈ ਪ੍ਰੇਰਿਤ ਹੁੰਦੇ ਨੇ। ਤੁਸੀਂ ਆਪਣੇ ਵਿਚਾਰਾਂ ਨੂੰ ਬਿਜ਼ਨਸ ਜਾਂ ਜੀਵਨ ਦੇ ਕਿਸੇ ਹੋਰ ਪਹਿਲੂ ਅੰਦਰ ਵੀ ਨਾਟਕੀਕਰਨ ਨਾਲ ਪੇਸ਼ ਕਰ ਸਕਦੇ ਹੋ। ਇਹ ਸੌਖਾ ਹੈ। ਜਿਮ ਈਮਸ ਰਿਕਮੈਂਡ ਵਰਜੀਨੀਆ ਵਿੱਚ NCR ਕੰਪਨੀ ਦੇ ਸੇਲਜ਼ਮੈਨ ਹਨ। ਉਹ ਦੱਸਦੇ ਨੇ ਕਿ ਉਹਨਾਂ ਨੇ ਨਾਟਕੀਕਰਨ ਦੇ ਪ੍ਰਦਰਸ਼ਨ ਰਾਹੀਂ ਕਿਵੇਂ ਆਪਣਾ ਮਾਲ ਵੇਚਿਆ। ਪਿਛਲੇ ਹਫ਼ਤੇ ਮੈਂ ਗੁਆਂਢ ਦੀ ਇੱਕ ਗਰੋਸਰੀ ਸ਼ਾਪ ਤੇ ਗਿਆ। ਮੈਂ ਦੇਖਿਆ ਕਿ ਉਹ ਆਪਣੇ ਚੈੱਕਆਊਟ ਕਾਊਂਟਰਾਂ ਉੱਤੇ ਜਿਹੜੇ ਕੈਸ਼ ਰਜਿਸਟਰਾਂ ਦਾ ਇਸਤੇਮਾਲ ਕਰ ਰਹੇ ਸਨ ਉਹ ਬੜੇ ਪੁਰਾਣੇ ਕਿਸਮ ਦੇ ਸੀ। ਮੈਂ ਮਾਲਕਾਂ ਕੋਲੇ ਗਿਆ। ਮੈਂ ਉਹਨਾਂ ਨੂੰ ਕਿਹਾ, ਜਦੋਂ ਵੀ ਤੁਹਾਡਾ ਸਾਹਮਣਾ ਕਿਸੇ ਗਾਹਕ ਨਾਲ ਹੁੰਦਾ ਤਾਂ ਹਰ ਵਾਰ ਦਰਅਸਲ ਤੁਸੀਂ ਕੁਝ ਸਿੱਕੇ ਸੁੱਟ ਦਿੰਦੇ ਹੋ। ਇਹ ਕਹਿੰਦੇ ਮੈਂ ਫਰਸ਼ ਉੱਪਰ ਕੁਝ ਸਿੱਕੇ ਸੱਚਮੁੱਚ ਸੁੱਟ ਦਿੱਤੇ। ਫੌਰਨ ਹੀ ਉਹ ਮੇਰੀ ਗੱਲ ਧਿਆਨ ਨਾਲ ਸੁਣਨ ਲੱਗਿਆ। ਹਾਲਾਂਕਿ ਕੇਵਲ ਸ਼ਬਦਾਂ ਨਾਲ ਵੀ ਉਹਦੀ ਦਿਲਚਸਪੀ ਜਾਗਰਤ ਹੋ ਸਕਦੀ ਸੀ, ਪਰੰਤੂ ਫਰਸ਼ ਉੱਪਰ ਸਿੱਕਿਆਂ ਦੇ ਡਿੱਗਣ ਦੀ ਆਵਾਜ਼ ਨੇ ਉਸ ਨੂੰ ਪੂਰੀ ਤਰ੍ਹਾਂ ਬੰਨ੍ਹ ਲਿਆ। ਮੈਂ ਆਖਰਕਾਰ ਉਸ ਕੋਲੋਂ ਉਸ ਦੀਆਂ ਸਾਰੀਆਂ ਪੁਰਾਣੀਆਂ ਮਸ਼ੀਨਾਂ ਬਦਲਣ ਦਾ ਆਰਡਰ ਲੈਣ ਵਿੱਚ ਸਫਲ ਹੋ ਗਿਆ। ਇਹੀ ਘਰੇਲੂ ਜੀਵਨ ਵਿੱਚ ਵੀ ਕੰਮ ਕਰਦਾ ਹੈ। ਪੁਰਾਣੇ ਜ਼ਮਾਨੇ ਅੰਦਰ ਜਦੋਂ ਕੋਈ ਪ੍ਰੇਮੀ ਆਪਣੀ ਪ੍ਰੇਮਿਕਾ ਸਾਹਮਣੇ ਪ੍ਰੇਮ ਪ੍ਰਸਤਾਵ ਰੱਖਦਾ ਸੀ ਤਾਂ ਕਿ ਇਹ ਸਿਰਫ ਸ਼ਬਦਾਂ ਦੁਆਰਾ ਹੀ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਸੀ? ਨਹੀਂ, ਉਹ ਆਪਣੇ ਗੋਡਿਆਂ ਭਾਰ ਬਹਿ ਜਾਂਦਾ ਸੀ। ਇਸ ਤੋਂ ਪਤਾ ਚੱਲਦਾ ਸੀ ਕਿ ਉਹ ਸੱਚਮੁੱਚ ਗੰਭੀਰ ਹੈ। ਉਸ ਦੀਆਂ ਭਾਵਨਾਵਾਂ ਸੱਚੀਆਂ ਤੇ ਪ੍ਰਬਲ ਹਨ। ਅੱਜ ਕੱਲ੍ਹ ਪ੍ਰੇਮ ਪ੍ਰਸਤਾਵ ਰੱਖਣ ਲਈ ਪ੍ਰੇਮੀ ਗੋਡਿਆਂ ਤੇ ਨਹੀਂ ਬਹਿੰਦੇ, ਪਰ ਫਿਰ ਵੀ ਉਹ ਰੋਮਾਂਟਿਕ ਮਾਹੌਲ ਤਾਂ ਬਣਾਉਂਦੇ ਹੀ ਨੇ ਤਾਂ ਕਿ ਉਹਨਾਂ ਦਾ ਪ੍ਰਸਤਾਵ ਸਵੀਕਾਰ ਕਰ ਲਿਆ ਜਾਏ। ਤੁਸੀਂ ਜੋ ਚਾਹੁੰਦੇ ਹੋ ਉਸ ਦੀ ਨਾਟਕੀ ਪੇਸ਼ਕਾਰੀ ਬੱਚਿਆਂ ਨਾਲ ਵੀ ਸਫਲ ਹੁੰਦੀ ਹੈ। ਬਰਮਿੰਘਮ ਅਲਾਬਾਮਾ ਦੇ ਜੋਬੀ ਫੈਂਡ ਜੂਨੀਅਰ ਨੂੰ ਬੱਚਿਆਂ ਵੱਲੋਂ ਸਮੱਸਿਆ ਆ ਰਹੀ ਸੀ। ਉਹਨਾਂ ਦਾ 5 ਸਾਲ ਦਾ ਬੇਟਾ ਅਤੇ 3 ਸਾਲ ਦੀ ਬੇਟੀ ਆਪਣੇ ਖਿਡੌਣੇ ਨਹੀਂ ਚੁੱਕਦੇ ਸਨ। ਇਸ ਲਈ ਉਹਨਾਂ ਨੇ ਇੱਕ ਟ੍ਰੇਨ ਬਣਾਈ। ਜੋਈ ਆਪਣੇ ਤਪਈਆ ਸਾਈਕਲ ਉੱਤੇ ਇੰਜੀਨੀਅਰ ਬਣ ਗਏ। ਜੈਨਟ ਦਾ ਵੇਗਨ ਜੁੜਿਆ ਹੋਇਆ ਸੀ ਤੇ ਸ਼ਾਮ ਨੂੰ ਉਹ ਸਾਰੇ ਕੋਲਾ ਆਪਣੀ ਵੇਗਨ ਵਿੱਚ ਰੱਖ ਦਿੰਦੇ ਸੀ ਤੇ ਫਿਰ ਉਸ ਦਾ ਭਰਾ ਉਸ ਨੂੰ ਪੂਰਾ ਕਮਰੇ ਵਿੱਚ ਘੁਮਾਇਆ ਕਰਦਾ ਸੀ। ਇਸ ਤਰ੍ਹਾਂ ਕਰਨ ਨਾਲ ਕਮਰੇ ਦੀ ਸਫਾਈ ਹੋਣ ਲੱਗੀ, ਬਿਨਾਂ ਲੈਕਚਰ, ਬਿਨਾਂ ਬਹਿਸ ਜਾਂ ਧੌਂਸ ਦੇ। ਮਿਸ਼ਾਵਾਕਾ ਇੰਡੀਆਨਾ ਦੀ ਮੇਰੀ ਕੈਥਰੀਨ ਵੋਲਫ ਨੂੰ ਆਪਣੀ ਨੌਕਰੀ ਅੰਦਰ ਕੁਝ ਪਰੇਸ਼ਾਨੀ ਸੀ, ਇਸ ਲਈ ਉਸਨੇ ਆਪਣੇ ਬੌਸ ਨਾਲ ਗੱਲਬਾਤ ਕਰਨ ਦਾ ਫੈਸਲਾ ਲਿਆ। ਸੋਮਵਾਰ ਦੀ ਸਵੇਰ ਉਸਨੇ ਉਹਨਾਂ ਕੋਲ ਅਪਾਇੰਟਮੈਂਟ ਲੈਣ ਦੀ ਗੁਜ਼ਾਰਿਸ਼ ਕੀਤੀ, ਪਰੰਤੂ ਉਸਨੂੰ ਦੱਸਿਆ ਗਿਆ ਕਿ ਉਹ ਬਹੁਤ ਵਿਅਸਤ ਹਨ ਤੇ ਉਸਨੂੰ ਹਫ਼ਤੇ ਬਾਅਦ ਦੇ ਕਿਸੇ ਦਿਨ ਦੀ ਅਪਾਇੰਟਮੈਂਟ ਲਈ ਸੈਕਟਰੀ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਸੈਕਟਰੀ ਨੇ ਦੱਸਿਆ ਕਿ ਬੌਸ ਦਾ ਸਮਾਂ ਸੂਚੀ ਬਹੁਤ ਤੰਗ ਹੈ, ਪਰੰਤੂ ਉਹ ਕਿਸੇ ਤਰ੍ਹਾਂ ਉਸ ਨੂੰ ਮਿਲਣ ਦੀ ਕੋਸ਼ਿਸ਼ ਕਰੇਗੀ। ਮਿਸ ਵੋਲਫ ਨੇ ਦੱਸਿਆ ਕਿ ਇਸ ਤੋਂ ਬਾਅਦ ਕੀ ਹੋਇਆ। ਪੂਰੇ ਹਫ਼ਤੇ ਮੈਨੂੰ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ। ਜਦੋਂ ਵੀ ਮੈਂ ਉਹਨਾਂ ਨੂੰ ਪੁੱਛਦੀ ਤਾਂ ਉਹ ਮੈਨੂੰ ਕੋਈ ਨਾ ਕੋਈ ਕਾਰਨ ਦੱਸ ਦਿੰਦੀ ਸੀ। ਬੌਸ ਮੇਰੇ ਨਾਲ ਕਿਉਂ ਨਹੀਂ ਮਿਲ ਸਕਦੇ ਸਨ। ਸ਼ੁੱਕਰਵਾਰ ਦੀ ਸਵੇਰ ਆ ਗਈ ਤੇ ਮੈਨੂੰ ਕੋਈ ਨਿਸ਼ਚਿਤ ਜਵਾਬ ਨਹੀਂ ਸੀ ਮਿਲਿਆ। ਮੈਂ ਸੱਚਮੁੱਚ ਉਹਨਾਂ ਨੂੰ ਮਿਲਣਾ ਚਾਹੁੰਦੀ ਸੀ ਤੇ ਵੀਕਐਂਡ ਤੋਂ ਪਹਿਲਾਂ ਉਹਨਾਂ ਨਾਲ ਆਪਣੀਆਂ ਸਮੱਸਿਆਵਾਂ ਬਾਰੇ ਚਰਚਾ ਕਰਨਾ ਚਾਹੁੰਦੀ ਸੀ। ਇਸ ਲਈ ਮੈਂ ਆਪਣੇ ਆਪ ਨੂੰ ਪੁੱਛਿਆ ਕਿ ਮੈਂ ਕਿਸ ਤਰ੍ਹਾਂ ਕੋਸ਼ਿਸ਼ ਕਰਾਂ ਤਾਂ ਕਿ ਉਹ ਮੈਨੂੰ ਮਿਲਣ ਲਈ ਤਿਆਰ ਹੋ ਜਾਣ। ਮਿਸ ਵੋਲਫ ਨੇ ਦੱਸਿਆ ਕਿ ਇਸ ਤੋਂ ਬਾਅਦ ਕੀ ਹੋਇਆ। ਪੂਰੇ ਹਫ਼ਤੇ ਮੈਨੂੰ ਉਹਨਾਂ ਵੱਲੋਂ ਜਵਾਬ ਨਹੀਂ ਮਿਲਿਆ। ਜਦੋਂ ਵੀ ਮੈਂ ਉਹਨਾਂ ਨੂੰ ਪੁੱਛਦੀ ਤਾਂ ਉਹਨਾਂ ਮੈਨੂੰ ਕੋਈ ਨਾ ਕੋਈ ਕਾਰਨ ਦੱਸ ਦਿੰਦੀ ਕਿ ਬੌਸ ਮੇਰੇ ਨਾਲ ਕਿਉਂ ਨਹੀਂ ਮਿਲ ਸਕਦੇ। ਸ਼ੁੱਕਰਵਾਰ ਦੀ ਸਵੇਰ ਆ ਗਈ ਤੇ ਮੈਨੂੰ ਕੋਈ ਨਿਸ਼ਚਿਤ ਜਵਾਬ ਨਹੀਂ ਮਿਲਿਆ ਸੀ। ਮੈਂ ਸੱਚਮੁੱਚ ਉਹਨਾਂ ਨੂੰ ਮਿਲਣਾ ਚਾਹੁੰਦੀ ਸੀ ਤੇ ਵੀਕਐਂਡ ਤੋਂ ਪਹਿਲਾਂ ਹੀ ਉਹਨਾਂ ਨਾਲ ਆਪਣੀਆਂ ਸਮੱਸਿਆਵਾਂ ਬਾਰੇ ਚਰਚਾ ਕਰਨੀ ਚਾਹੁੰਦੀ ਸੀ। ਇਸ ਲਈ ਮੈਂ ਆਪਣੇ ਆਪ ਨੂੰ ਪੁੱਛਿਆ ਕਿ ਮੈਂ ਕਿਸ ਤਰ੍ਹਾਂ ਕੋਸ਼ਿਸ਼ ਕਰਾਂ ਤਾਂ ਕਿ ਉਹ ਮੈਨੂੰ ਮਿਲਣ ਲਈ ਤਿਆਰ ਹੋ ਜਾਣ। ਅੰਤ ਵਿੱਚ ਮੈਂ ਇਹ ਕੀਤਾ, ਮੈਂ ਉਹਨਾਂ ਨੂੰ ਇੱਕ ਰਸਮੀ ਜਿਹਾ ਖੱਤ ਲਿਖਿਆ। ਖੱਤ ਵਿੱਚ ਮੈਂ ਲਿਖਿਆ ਕਿ ਮੈਂ ਉਹਨਾਂ ਦੀ ਵਿਅਸਤਤਾ ਨੂੰ ਸਮਝਦੀ ਹਾਂ, ਪਰੰਤੂ ਮੈਨੂੰ ਉਹਨਾਂ ਨਾਲ ਬੜੇ ਹੀ ਮਹੱਤਵਪੂਰਨ ਕੰਮ ਲਈ ਮਿਲਣਾ। ਮੈਂ ਖੱਤ ਨਾਲ ਆਪਣਾ ਪਤਾ ਲਗਾ ਕੇ ਲਿਫਾਫੇ ਵਿੱਚ ਰੱਖ ਦਿੱਤਾ ਤੇ ਉਸ ਲਿਫਾਫੇ ਅੰਦਰ ਇੱਕ ਫਾਰਮ ਵੀ ਰੱਖ ਦਿੱਤਾ ਜਿਸ ਨੂੰ ਆਪ ਭਰ ਸਕਦੇ ਸਨ ਜਾਂ ਆਪਣੀ ਸੈਕਟਰੀ ਕੋਲੋਂ ਭਰਵਾ ਕੇ ਮੈਨੂੰ ਪੋਸਟ ਕਰ ਸਕਦੇ ਸਨ। ਫਾਰਮ ਵਿੱਚ ਮੈਂ ਲਿਖਿਆ ਸੀ, ਮਿਸ ਵੋਲਫ, ਮੈਂ ਤੁਹਾਨੂੰ ਡੈਸ਼ ਵਜੇ ਮਿਲਣ ਦਾ ਇੰਨੇ ਮਿੰਟ ਦਾ ਸਮਾਂ ਦੇ ਸਕਦਾ ਹਾਂ। ਮੈਂ 11 ਵਜੇ ਇਸ ਖੱਤ ਨੂੰ ਆਪਣੇ ਬੌਸ ਕੋਲ ਭਜਵਾਇਆ ਤੇ 2 ਵਜੇ ਆਪਣਾ ਮੇਲ ਬਾਕਸ ਚੈੱਕ ਕੀਤਾ। ਉੱਥੇ ਮੇਰਾ ਪਤਾ ਲੱਗਿਆ ਲਿਫਾਫਾ ਆ ਚੁੱਕਿਆ ਸੀ। ਉਹਨਾਂ ਨੇ ਆਪ ਹੀ ਮੇਰਾ ਫਾਰਮ ਭਰਿਆ ਤੇ ਇਹ ਸੂਚਿਤ ਕੀਤਾ ਸੀ ਕਿ ਉਹ ਮੈਨੂੰ ਉਸੇ ਦੁਪਹਿਰ ਨੂੰ ਮਿਲ ਸਕਦੇ ਨੇ ਤੇ ਮੈਨੂੰ ਆਪਣੀ ਗੱਲ ਕਹਿਣ ਲਈ 10 ਮਿੰਟ ਦਾ ਸਮਾਂ ਦਿੱਤਾ ਗਿਆ। ਮੈਂ ਉਹਨਾਂ ਨੂੰ ਮਿਲੀ ਤੇ ਅਸੀਂ 1 ਘੰਟੇ ਤੋਂ ਵੀ ਵੱਧ ਸਮੇਂ ਤੱਕ ਬੈਠ ਕੇ ਮੇਰੀਆਂ ਸਮੱਸਿਆਵਾਂ ਨੂੰ ਸੁਲਝਾਇਆ। ਜੇਕਰ ਮੈਂ ਘਟਨਾ ਨੂੰ ਨਾਟਕੀ ਤਰੀਕੇ ਨਾਲ ਵਿਅਕਤ ਕਰਕੇ ਉਹਨਾਂ ਨੂੰ ਨਹੀਂ ਜਤਾਇਆ ਹੁੰਦਾ ਕਿ ਮੈਂ ਉਹਨਾਂ ਨੂੰ ਸੱਚਮੁੱਚ ਮਿਲਣਾ ਚਾਹੁੰਦੀ ਹਾਂ ਤਾਂ ਸ਼ਾਇਦ ਮੈਂ ਵੀ ਅਪਾਇੰਟਮੈਂਟ ਦਾ ਇੰਤਜ਼ਾਰ ਕਰ ਰਹੀ ਹੁੰਦੀ। ਜੇਮਸ ਬੀ ਨੂੰ ਇੱਕ ਲੰਮੀ ਮਾਰਕੀਟ ਰਿਪੋਰਟ ਦੇਣੀ ਸੀ। ਉਸਦੀ ਫਰਮ ਨੇ ਹੁਣੇ ਹਾਲ ਵਿੱਚ ਹੀ ਕੋਲਡ ਕਰੀਮ ਦੇ ਇੱਕ ਮੂਹਰਲੇ ਬ੍ਰਾਂਡ ਦਾ ਵਿਸਤ੍ਰਿਤ ਅਧਿਐਨ ਕੀਤਾ ਸੀ। ਇਸ ਬਾਜ਼ਾਰ ਵਿੱਚ ਪ੍ਰਤੀਯੋਗਤਾ ਬਾਰੇ ਡਾਟਾ ਤੁਰੰਤ ਚਾਹੀਦਾ ਸੀ। ਸੰਭਾਵਿਤ ਗਾਹਕ ਵਿਗਿਆਪਨ ਦੇ ਜਗਤ ਦੇ ਸਭ ਤੋਂ ਵੱਡੇ ਭਿਆਨਕ ਲੋਕਾਂ ਵਿੱਚੋਂ ਸਨ ਅਤੇ ਉਸਦੇ ਸ਼ੁਰੂ ਕਰਨ ਤੋਂ ਪਹਿਲਾਂ ਹੀ ਉਸਦੀ ਪਹਿਲੀ ਤਰਕੀਬ ਨਾਕਾਮਯਾਬ ਹੋ ਗਈ। ਮਿਸਟਰ ਬੋਇਟਨ ਦੱਸਦੇ ਨੇ, ਜਦੋਂ ਮੈਂ ਪਹਿਲੀ ਵਾਰ ਉਸ ਨੂੰ ਮਿਲਣ ਗਿਆ ਤਾਂ ਮੈਂ ਫਾਲਤੂ ਦੀ ਬਹਿਸ ਵਿੱਚ ਉਲਝ ਗਿਆ। ਅਸੀਂ ਰਿਸਰਚ ਦੇ ਤਰੀਕਿਆਂ ਉੱਪਰ ਬੇਅਰਥ ਬਹਿਸ ਕਰਦੇ ਰਹੇ ਤੇ ਨਾ ਉਹ ਬਹਿਸ ਵਿੱਚ ਹਾਰ ਮੰਨਣ ਨੂੰ ਤਿਆਰ ਸੀ ਤੇ ਨਾ ਮੈਂ। ਉਸਨੇ ਮੈਨੂੰ ਦੱਸਿਆ ਕਿ ਮੈਂ ਗਲਤ ਸੀ ਤੇ ਮੈਂ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਸਹੀ ਸੀ। ਆਖਰਕਾਰ ਜਿੱਤ ਮੇਰੀ ਹੋਈ ਤੇ ਮੈਨੂੰ ਇਸ ਨਾਲ ਤਸੱਲੀ ਵੀ ਮਿਲੀ, ਪਰੰਤੂ ਮੇਰਾ ਸਮਾਂ ਖਤਮ ਹੋ ਚੁੱਕਿਆ ਸੀ, ਇੰਟਰਵਿਊ ਖਤਮ ਹੋ ਚੁੱਕਿਆ ਸੀ ਤੇ ਮੈਂ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਸੀ ਹੋਇਆ। ਦੂਜੀ ਵਾਰ ਮੈਂ ਉਸ ਨੂੰ ਅੰਕੜਿਆਂ ਜਾਂ ਡਾਟਾ ਦੇ ਜਾਲ ਵਿੱਚ ਨਹੀਂ ਉਲਝਾਇਆ। ਜਦੋਂ ਮੈਂ ਇਸ ਆਦਮੀ ਨੂੰ ਮਿਲਣ ਗਿਆ ਤੇ ਮੈਂ ਤੱਥਾਂ ਨੂੰ ਨਾਟਕੀ ਤਰੀਕਿਆਂ ਨਾਲ ਪੇਸ਼ ਕੀਤਾ। ਜਦੋਂ ਮੈਂ ਉਸਦੇ ਆਫਿਸ ਵਿੱਚ ਵੜਿਆ ਤਾਂ ਉਹ ਫੋਨ ਉੱਪਰ ਵਿਅਸਤ ਸੀ। ਜਦੋਂ ਉਸਦੀ ਚਰਚਾ ਖਤਮ ਹੋਈ ਤਾਂ ਮੈਂ ਆਪਣਾ ਬਰੀਫਕੇਸ ਖੋਲ੍ਹਿਆ ਤੇ ਕੋਲਡ ਕਰੀਮ ਦੇ 32 ਡੱਬੇ ਕੱਢ ਕੇ ਉਸਦੇ ਟੇਬਲ ਉੱਤੇ ਰੱਖ ਦਿੱਤੇ। ਸਾਰੀ ਕੰਪਨੀਆਂ ਨੂੰ ਉਹ ਜਾਣਦਾ ਸੀ ਕਿਉਂਕਿ ਉਹ ਸਾਰੀਆਂ ਕਰੀਮਾਂ ਉਸਦੇ ਵਿਰੋਧੀਆਂ ਦੀਆਂ ਜੋ ਸਨ। ਹਰ ਡੱਬੇ ਉੱਪਰ ਮੈਂ ਇੱਕ ਟੈਗ ਲਗਾ ਦਿੱਤਾ ਸੀ ਜਿਸ ਵਿੱਚ ਸਾਡੇ ਸਰਵੇ ਦੇ ਨਤੀਜੇ ਲਿਖੇ ਹੋਏ ਸਨ ਅਤੇ ਹਰ ਟੈਗ ਦੀ ਆਪਣੀ ਕਹਾਣੀ ਸੰਖੇਪ ਵਿੱਚ ਤੇ ਨਾਟਕੀ ਅੰਦਾਜ਼ ਨਾਲ ਕਹਿ ਰਿਹਾ ਸੀ। ਫਿਰ ਕੀ ਹੋਇਆ? ਬਹਿਸ ਦੀ ਕੋਈ ਗੁੰਜਾਇਸ਼ ਹੀ ਨਹੀਂ ਸੀ। ਇਹ ਕੁਝ ਨਵਾਂ ਸੀ, ਕੁਝ ਹਟ ਕੇ ਸੀ। ਉਸਨੇ ਕੋਲਡ ਕਰੀਮ ਉੱਤੇ ਲੱਗੇ ਪਹਿਲੇ ਟੈਗ ਨੂੰ ਚੱਕਿਆ, ਟੈਗ ਉੱਤੇ ਲਿਖੀ ਜਾਣਕਾਰੀ ਨੂੰ ਪੜ੍ਹਿਆ ਤੇ ਉਸਨੇ ਸਾਰੇ ਟੈਗ ਪੜ੍ਹ ਲਏ। ਦੋਸਤਾਨਾ ਚਰਚਾ ਸ਼ੁਰੂ ਹੋ ਗਈ। ਇਸ ਤੋਂ ਬਾਅਦ ਉਸਨੇ ਕੁਝ ਸਵਾਲ ਪੁੱਛੇ। ਉਸਦੀ ਦਿਲਚਸਪੀ ਜਾਗ ਗਈ ਸੀ। ਉਸਨੇ ਮੈਨੂੰ ਤੱਥਾਂ ਨੂੰ ਦੱਸਣ ਲਈ ਸ਼ੁਰੂਆਤ ਵਿੱਚ ਹੀ ਸਿਰਫ 10 ਮਿੰਟ ਦਾ ਸਮਾਂ ਦਿੱਤਾ ਸੀ, ਪਰੰਤੂ 10 ਮਿੰਟ ਗੁਜ਼ਰ ਗਏ, 20 ਮਿੰਟ ਗੁਜ਼ਰ ਗਏ, 40 ਮਿੰਟ ਗੁਜ਼ਰ ਗਏ ਅਤੇ 1 ਘੰਟੇ ਬਾਅਦ ਵੀ ਅਸੀਂ ਲੋਕ ਗੱਲਾਂ ਕਰ ਰਹੇ ਸੀ। ਮੈਂ ਇਸ ਵਾਰ ਵੀ ਉਹਨਾਂ ਹੀ ਤੱਥਾਂ ਨੂੰ ਪੇਸ਼ ਕਰ ਰਿਹਾ ਸੀ ਜਿਹੜੇ ਮੈਂ ਪਹਿਲੀ ਵਾਰ ਕੀਤੇ ਸਨ, ਪਰੰਤੂ ਇਸ ਵਾਰੀ ਨਾਟਕੀਕਰਨ ਦਾ ਸਹਾਰਾ ਲੈ ਕੇ ਸ਼ੋਅਮੈਨਸ਼ਿਪ ਦਾ ਸਹਾਰਾ ਲੈ ਰਿਹਾ ਸੀ ਤੇ ਇਸ ਨਾਲ ਕਿੰਨਾ ਜ਼ਿਆਦਾ ਫਰਕ ਪਿਆ ਸੀ। ਸਿਧਾਂਤ 11ਵਾਂ, ਆਪਣੇ ਵਿਚਾਰਾਂ ਨੂੰ ਨਾਟਕੀ ਤਰੀਕਿਆਂ ਨਾਲ ਪੇਸ਼ ਕਰੋ। ਅਗਲਾ ਚੈਪਟਰ, ਜਦੋਂ ਕੁਝ ਹੋਰ ਕੰਮ ਨਾ ਆਏ ਤਾਂ ਇਹ ਕਰੋ। ਚਾਰਲਸ ਸ਼ਵਾਬ ਦਾ ਇੱਕ ਮਿਲ ਮੈਨੇਜਰ ਸੀ ਜਿਸ ਦੀ ਮਿਲ ਵਿੱਚ ਮਜ਼ਦੂਰ ਉਹਨਾਂ ਲਈ ਨਿਸ਼ਚਿਤ ਕੀਤਾ ਗਿਆ ਉਤਪਾਦਨ ਨਹੀਂ ਕਰ ਰਹੇ ਸਨ। ਸ਼ਵਾਬ ਨੇ ਮੈਨੇਜਰ ਨੂੰ ਪੁੱਛਿਆ, ਇਸ ਤਰ੍ਹਾਂ ਕਿਉਂ ਹੈ? ਤੁਹਾਡੇ ਵਰਗਾ ਸਮਰੱਥ ਮੈਨੇਜਰ ਹੋਣ ਦੇ ਬਾਵਜੂਦ ਇੱਥੇ ਤੈਅ ਕੀਤਾ ਗਿਆ ਉਤਪਾਦਨ ਨਹੀਂ ਹੋ ਪਾ ਰਿਹਾ। ਮੈਨੇਜਰ ਨੇ ਜਵਾਬ ਦਿੱਤਾ, ਮੈਂ ਨਹੀਂ ਜਾਣਦਾ। ਮੈਂ ਮਜ਼ਦੂਰਾਂ ਨੂੰ ਸਮਝਾਇਆ, ਪ੍ਰੋਤਸਾਹਿਤ ਕੀਤਾ, ਉਹਨਾਂ ਨੂੰ ਲਾਲਚ ਵੀ ਦਿੱਤਾ। ਮੈਂ ਉਹਨਾਂ ਨੂੰ ਡਰਾਇਆ, ਧਮਕਾਇਆ, ਨੌਕਰੀ ਤੋਂ ਕੱਢਣ ਦਾ ਡਰ ਵੀ ਦਿਖਾਇਆ, ਪਰੰਤੂ ਕੋਈ ਫਾਇਦਾ ਨਹੀਂ ਹੋਇਆ। ਉਹ ਕਿਸ ਤਰ੍ਹਾਂ ਨਿਸ਼ਚਿਤ ਕੀਤਾ ਗਿਆ ਉਤਪਾਦਨ ਨਹੀਂ ਕਰ ਪਾ ਰਹੇ। ਚਰਚਾ ਸ਼ਾਮ ਨੂੰ ਹੋ ਰਹੀ ਸੀ ਅਤੇ ਰਾਤ ਵਾਲੀ ਸ਼ਿਫਟ ਕੰਮ ਤੇ ਆਉਣ ਵਾਲੀ ਸੀ। ਸ਼ਵਾਬ ਨੇ ਮੈਨੇਜਰ ਨੂੰ ਚੌਕ ਦਾ ਇੱਕ ਟੁਕੜਾ ਲਿਆਉਣ ਲਈ ਕਿਹਾ। ਫਿਰ ਉਸਦੇ ਕੋਲ ਖੜੇ ਇੱਕ ਮਜ਼ਦੂਰ ਨੂੰ ਪੁੱਛਿਆ, ਅੱਜ ਤੁਹਾਡੀ ਸ਼ਿਫਟ ਨੇ ਕਿੰਨੀਆਂ ਹੀਟਸ ਕੀਤੀਆਂ? 6।
ਬਿਨਾਂ ਕੁਝ ਕਹੇ ਸ਼ਵਾਬ ਨੇ ਚੌਕ ਨਾਲ ਫਰਸ਼ ਉੱਤੇ ਵੱਡੇ ਅੱਖਰਾਂ 'ਚ 6 ਲਿਖ ਦਿੱਤਾ ਤੇ ਚਲੇ ਗਏ। ਜਦੋਂ ਰਾਤ ਵਾਲੀ ਸ਼ਿਫਟ ਕੰਮ ਉੱਤੇ ਆਈ ਉਹਨਾਂ ਨੇ 6 ਲਿਖਿਆ ਦੇਖਿਆ, ਪੁੱਛਿਆ ਇਸ ਦਾ ਕੀ ਮਤਲਬ ਹੈ। ਦਿਨ ਦੀ ਸ਼ਿਫਟ ਦੇ ਲੋਕਾਂ ਨੇ ਦੱਸਿਆ ਅੱਜ ਵੱਡੇ ਬੌਸ ਆਏ ਸਨ। ਉਹਨਾਂ ਨੇ ਸਾਨੂੰ ਪੁੱਛਿਆ ਕਿ ਸ਼ਿਫਟ ਨੇ ਕਿੰਨੀਆਂ ਹਿੱਟਸ ਕੀਤੀਆਂ ਤੇ ਅਸੀਂ ਉਹਨਾਂ ਨੂੰ ਦੱਸਿਆ ਕਿ ਅਸੀਂ 6 ਕੀਤੀਆਂ। ਉਹਨਾਂ ਨੇ ਇਸ ਨੂੰ ਫਰਸ਼ ਉੱਪਰ ਲਿਖ ਦਿੱਤਾ। ਅਗਲੀ ਸਵੇਰ ਜਦੋਂ ਸ਼ਵਾਬ ਫੇਰ ਮਿਲ ਪਹੁੰਚੇ ਤਾਂ ਰਾਤ ਵਾਲੀ ਸ਼ਿਫਟ ਨੇ 6 ਨੂੰ ਮਿਟਾ ਕੇ ਉਸ ਥਾਂ ਉੱਪਰ ਵੱਡੇ ਵੱਡੇ ਅੱਖਰਾਂ 'ਚ 7 ਲਿਖ ਦਿੱਤਾ ਗਿਆ। ਜਦੋਂ ਦਿਨ ਦੀ ਸ਼ਿਫਟ ਦੇ ਲੋਕ ਅਗਲੀ ਸਵੇਰ ਕੰਮ ਤੇ ਆਏ ਤਾਂ ਉਹਨਾਂ ਨੇ ਦੇਖਿਆ ਕਿ ਫਰਸ਼ ਉੱਤੇ 7 ਲਿਖਿਆ ਹੈ। ਚੰਗਾ ਤਾਂ ਨਾਈਟ ਸ਼ਿਫਟ ਵਾਲੇ ਸਮਝਦੇ ਨੇ ਕਿ ਉਹ ਸਾਡੇ ਤੋਂ ਜ਼ਿਆਦਾ ਯੋਗ ਨੇ, ਉਹਨਾਂ ਨੂੰ ਤਾਂ ਸਬਕ ਸਿਖਾਉਣਾ ਪਵੇਗਾ। ਡੇ ਸ਼ਿਫਟ ਵਾਲਿਆਂ ਨੇ ਉਤਸ਼ਾਹ ਨਾਲ ਕੰਮ ਕਰਨਾ ਸ਼ੁਰੂ ਕੀਤਾ ਤੇ ਸ਼ਾਮ ਨੂੰ ਉਹ ਘਰ ਜਾਣ ਲੱਗੇ ਤਾਂ ਜਾਂਦੇ ਜਾਂਦੇ ਉਹਨਾਂ ਨੇ ਵੱਡੇ ਅੱਖਰਾਂ ਵਿੱਚ 10 ਲਿਖ ਦਿੱਤਾ। ਕੰਮ ਬਹੁਤ ਤੇਜ਼ੀ ਨਾਲ ਹੋਣ ਲੱਗਿਆ ਸੀ। ਕੁਝ ਹੀ ਸਮੇਂ ਵਿੱਚ ਜਿਸ ਮਿਲ ਦਾ ਉਤਪਾਦਨ ਟੀਚੇ ਤੋਂ ਬੜਾ ਘੱਟ ਹੋ ਰਿਹਾ ਸੀ ਉਸ ਵਿੱਚ ਪਲਾਂਟ ਦੀ ਥਾਂ ਕਿਸੇ ਹੋਰ ਮਿਲ ਤੋਂ ਜ਼ਿਆਦਾ ਉਤਪਾਦਨ ਹੋਣ ਲੱਗ ਗਿਆ। ਇਸ ਘਟਨਾ ਨਾਲ ਸਾਨੂੰ ਕੀ ਸਿੱਖਿਆ ਮਿਲਦੀ ਹੈ? ਸ਼ਵਾਬ ਨੂੰ ਇਹ ਆਪਣੇ ਸ਼ਬਦਾਂ ਵਿੱਚ ਕਹਿਣ ਦਿਓ। ਕੰਮ ਕਰਾਉਣ ਦਾ ਤਰੀਕਾ ਹੈ ਪ੍ਰਤੀਯੋਗਤਾ ਨੂੰ ਪ੍ਰੇਰਿਤ ਕਰਨਾ। ਪ੍ਰਤੀਯੋਗਤਾ ਨਾਲ ਮੇਰਾ ਮਤਲਬ ਪੈਸੇ ਕਮਾਉਣ ਵਾਲੀ ਘਟੀਆ ਪ੍ਰਤੀਯੋਗਤਾ ਨਹੀਂ, ਬਲਕਿ ਸਰਵੋਤਮ ਹੋਣ ਦੀ ਖੁਆਇਸ਼ ਨਾਲ ਆ। ਵਧੀਆ ਹੋਣ ਦੀ ਚਾਹ ਸ਼ਾਹੀ ਲੋਕਾਂ ਨੂੰ ਪ੍ਰੇਰਿਤ ਕਰਨ ਦਾ ਅਚੂਕ ਤਰੀਕਾ। ਚੁਣੌਤੀ ਤੋਂ ਬਿਨਾਂ ਥੀਓਡੋਰ ਰੂਜ਼ਵੈਲਟ ਕਦੇ ਅਮਰੀਕਾ ਦੇ ਰਾਸ਼ਟਰਪਤੀ ਨਹੀਂ ਬਣੇ ਹੁੰਦੇ। ਕਿਊਬਾ ਤੋਂ ਮੁੜਨ ਤੋਂ ਬਾਅਦ ਉਹਨਾਂ ਨੂੰ ਨਿਊਯਾਰਕ ਸਟੇਟ ਦੇ ਗਵਰਨਰ ਦੇ ਅਹੁਦੇ ਦਾ ਉਮੀਦਵਾਰ ਬਣਾਇਆ ਗਿਆ। ਵਿਰੋਧੀ ਪਾਰਟੀ ਨੇ ਖੋਜ ਲਿਆ ਕਿ ਉਹ ਇਸ ਰਾਜ ਦੇ ਕਾਨੂੰਨੀ ਨਾਗਰਿਕ ਨਹੀਂ ਸਨ। ਇਸ ਕਰਕੇ ਰੂਜ਼ਵੈਲਟ ਘਬਰਾ ਗਏ ਤੇ ਆਪਣਾ ਨਾਮ ਵਾਪਸ ਲੈਣ ਬਾਰੇ ਸੋਚਣ ਲੱਗੇ। ਉਦੋਂ ਨਿਊਯਾਰਕ ਦੇ ਅਮਰੀਕੀ ਸੈਨੇਟਰ ਥਾਮਸ ਕਲੀਅਰ ਨੇ ਉਹਨਾਂ ਸਾਹਮਣੇ ਚੁਣੌਤੀ ਪੇਸ਼ ਕੀਤੀ। ਥੀਓਡੋਰ ਰੂਜ਼ਵੈਲਟ ਦੇ ਸਾਹਮਣੇ ਅਚਾਨਕ ਆ ਕੇ ਉਹਨਾਂ ਨੇ ਆਪਣੀ ਜ਼ੋਰਦਾਰ ਆਵਾਜ਼ ਵਿੱਚ ਕਿਹਾ ਕਿ ਸਾਨ ਜੋਨ ਹਿੱਲ ਦਾ ਹੀਰੋ ਡਰਪੋਕ ਹੈ, ਕਾਇਰ ਹੈ। ਰੂਜ਼ਵੈਲਟ ਨੇ ਮੈਦਾਨ ਨਹੀਂ ਛੱਡਿਆ ਤੇ ਬਾਕੀ ਇਤਿਹਾਸ ਹੈ। ਇੱਕ ਚੁਣੌਤੀ ਨੇ ਨਾ ਸਿਰਫ ਉਹਨਾਂ ਦੀ ਜ਼ਿੰਦਗੀ ਬਦਲ ਦਿੱਤੀ ਬਲਕਿ ਉਹਨਾਂ ਦੇ ਦੇਸ਼ ਦੇ ਭਵਿੱਖ ਉੱਤੇ ਇਸ ਦਾ ਬਹੁਤ ਜ਼ਿਆਦਾ ਪ੍ਰਭਾਵ ਪਾਇਆ। ਪ੍ਰਾਚੀਨ ਗ੍ਰੀਸ ਵਿੱਚ ਕਿੰਗਸ ਗਾਰਡ ਦਾ ਆਦਰਸ਼ ਵਾਕ ਸੀ, ਡਰਦੇ ਸਾਰੇ ਹਨ ਪਰੰਤੂ ਬਹਾਦਰ ਲੋਕ ਆਪਦੇ ਡਰ ਨੂੰ ਇੱਕ ਪਾਸੇ ਰੱਖ ਦਿੰਦੇ ਨੇ ਤੇ ਅੱਗੇ ਵੱਧ ਜਾਂਦੇ ਨੇ। ਹਾਲਾਂਕਿ ਕਈ ਵਾਰ ਉਹ ਮਰ ਜਾਂਦੇ ਨੇ ਪਰੰਤੂ ਜਿੱਤ ਉਹਨਾਂ ਦੀ ਹਮੇਸ਼ਾ ਹੁੰਦੀ ਹੈ। ਆਪਣੇ ਡਰ ਨੂੰ ਜਿੱਤਣ ਦੇ ਮੌਕੇ ਤੋਂ ਵੱਡੀ ਚੁਣੌਤੀ ਹੋਰ ਕੀ ਹੋ ਸਕਦੀ ਹੈ? ਜਦੋਂ ਐਲ ਸਮਿਥ ਨਿਊਯਾਰਕ ਦੇ ਗਵਰਨਰ ਸਨ ਉਹਨਾਂ ਨੇ ਵੀ ਚੁਣੌਤੀ ਦੇਣ ਦੀ ਤਰਕੀਬ ਅਪਣਾਈ। ਉਸ ਸਮੇਂ ਦੇ ਸਭ ਤੋਂ ਬਦਨਾਮ ਸਿੰਘ ਸਿੰਘ ਜੇਲ੍ਹ ਵਿੱਚ ਕੋਈ ਵਾਰਡਨ ਨਹੀਂ ਸੀ। ਜੇਲ੍ਹ ਦੀਆਂ ਕੰਧਾਂ ਨੂੰ ਲੈ ਕੇ ਕਈ ਵਾਰੀ ਅਫਵਾਹਾਂ ਤੇ ਸਕੈਂਡਲ ਹਵਾ ਅੰਦਰ ਸਨ। ਸਮਿਥ ਨੂੰ ਸਿੰਘ ਸਿੰਘ ਦੇ ਵਾਰਡਨ ਦੇ ਤੌਰ ਤੇ ਇੱਕ ਦਮਦਾਰ ਆਦਮੀ ਦੀ ਲੋੜ ਸੀ, ਇੱਕ ਲੋਹ ਪੁਰਖ ਦੀ ਲੋੜ। ਪਰੰਤੂ ਕੌਣ? ਉਹਨਾਂ ਨੇ ਨਿਊ ਹੈਮਪਟਨ ਦੇ ਲੂਇਸ ਆਰ ਲਾਉਜ਼ ਨੂੰ ਬੁਲਵਾਇਆ। ਸਿੰਘ ਸਿੰਘ ਦੇ ਵਾਰਡਨ ਬਣਨ ਬਾਰੇ ਤੁਹਾਡੇ ਕੀ ਵਿਚਾਰ ਨੇ? ਉਹਨਾਂ ਨੇ ਮੁਸਕਰਾਉਂਦਿਆਂ ਲੂਇਸ ਨੂੰ ਪੁੱਛਿਆ। ਉੱਥੇ ਕਿਸੇ ਅਨੁਭਵੀ ਆਦਮੀ ਦੀ ਜ਼ਰੂਰਤ ਹੈ। ਲੂਇਸ ਹੱਕਾ ਬੱਕਾ ਰਹਿ ਗਿਆ। ਉਹ ਸਿੰਘ ਸਿੰਘ ਦੇ ਖਤਰਿਆਂ ਨਾਲ ਵਾਕਿਫ ਸੀ। ਇਹ ਇੱਕ ਰਾਜਸੀ ਅਪੁਆਇੰਟਮੈਂਟ ਸੀ ਅਤੇ ਰਾਜਨੇਤਾਵਾਂ ਦੇ ਮੂਡ ਉੱਤੇ ਨਿਰਭਰ ਕਰਦਾ ਸੀ। ਬਹੁਤੇ ਵਾਰਡਨ ਆਏ ਸਨ ਤੇ ਆ ਕੇ ਚਲੇ ਗਏ। ਉਹਨਾਂ ਵਿੱਚੋਂ ਇੱਕ ਤਾਂ ਸਿਰਫ 3 ਹਫ਼ਤਿਆਂ ਤੱਕ ਹੀ ਟਿਕਿਆ ਸੀ। ਉਸ ਨੂੰ ਆਪਣੇ ਕਰੀਅਰ ਬਾਰੇ ਚਿੰਤਾ ਹੋਣੀ ਸੁਭਾਵਕ ਸੀ। ਕੀ ਇਹ ਖਤਰਾ ਮੁੱਲ ਲਿਆ ਜਾਣਾ ਚਾਹੀਦਾ? ਸਮਿਥ ਨੇ ਉਸ ਦੀ ਝਿਜਕ ਨੂੰ ਦੇਖ ਲਿਆ। ਉਹ ਆਪਣੀ ਕੁਰਸੀ ਵਿੱਚ ਪਿੱਛੇ ਵੱਲ ਟਿਕਿਆ ਤੇ ਮੁਸਕਰਾਇਆ। ਦੇਖੋ ਯੰਗ ਮੈਨ, ਮੈਂ ਤੁਹਾਨੂੰ ਦੋਸ਼ ਨਹੀਂ ਦਿੰਦਾ ਕਿ ਤੁਸੀਂ ਡਰ ਰਹੇ ਹੋ। ਕੰਮ ਬਹੁਤ ਕਠਿਨ ਹੈ। ਉੱਥੇ ਜਾਣ ਅਤੇ ਬਣੇ ਰਹਿਣ ਲਈ ਇੱਕ ਵੱਡੇ ਜ਼ੋਰਦਾਰ ਆਦਮੀ ਦੀ ਜ਼ਰੂਰਤ ਹੈ। ਇਸ ਲਈ ਉਹ ਗਿਆ ਤੇ ਉਹ ਉੱਥੇ ਹੀ ਬਣਿਆ ਰਿਹਾ। ਉੱਥੇ ਬਣੇ ਰਹਿੰਦੇ ਹੋਏ ਉਹ ਆਪਣੇ ਸਮੇਂ ਦਾ ਸਭ ਤੋਂ ਪ੍ਰਸਿੱਧ ਵਾਰਡਨ ਬਣ ਗਿਆ। ਉਸ ਦੀ ਪੁਸਤਕ 20,000 ਈਅਰਸ ਇਨ ਸਿੰਘ ਸਿੰਘ ਦੀਆਂ ਲੱਖਾਂ ਕਾਪੀਆਂ ਵਿਕੀਆਂ। ਉਹਨਾਂ ਦੀ ਰੇਡੀਓ ਬ੍ਰੌਡਕਾਸਟ ਅਤੇ ਜੇਲ੍ਹ ਦੇ ਜੀਵਨ ਦੀਆਂ ਉਹਨਾਂ ਦੀਆਂ ਕਹਾਣੀਆਂ ਨੇ ਦਰਜਨਾਂ ਫਿਲਮਾਂ ਨੂੰ ਪ੍ਰੇਰਿਤ ਕੀਤਾ। ਅਪਰਾਧੀਆਂ ਦੇ ਮਾਨਵੀਕਰਨ ਦੇ ਉਹਨਾਂ ਦੇ ਤਰੀਕੇ ਜੇਲ੍ਹ ਸੁਧਾਰ ਦੇ ਖੇਤਰ ਵਿੱਚ ਕਰਾਮਾਤੀ ਸਾਬਤ ਹੋਏ। ਮਹਾਨ ਫਾਇਰਸਟੋਨ ਟਾਇਰ ਐਂਡ ਰਬੜ ਕੰਪਨੀ ਦੇ ਸੰਸਥਾਪਕ ਹਾਰਵੇ ਐਸ ਨੇ ਕਿਹਾ ਹੈ, ਮੈਂ ਇਹ ਨਹੀਂ ਮੰਨਦਾ ਕਿ ਤਨਖਾਹ ਅਤੇ ਕੇਵਲ ਤਨਖਾਹ ਰਾਹੀਂ ਹੀ ਚੰਗੇ ਲੋਕਾਂ ਨੂੰ ਆਪਣੀ ਕੰਪਨੀ ਵਿੱਚ ਲਿਆਇਆ ਜਾ ਸਕਦਾ ਹੈ ਜਾਂ ਫਿਰ ਉਹਨਾਂ ਨੂੰ ਉੱਥੇ ਰੱਖਿਆ ਜਾ ਸਕਦਾ। ਮੈਨੂੰ ਲੱਗਦਾ ਕਿ ਅਸਲੀ ਆਕਰਸ਼ਣ ਦਾ ਕੰਮ ਦੀ ਪ੍ਰਕਿਰਤੀ ਹੈ। ਮਹਾਨ ਬਿਹੇਵੀਅਰਲ ਸਾਇੰਟਿਸਟ ਫੈਡਰਿਕ ਇਸ ਗੱਲ ਨਾਲ ਸਹਿਮਤ ਹਨ। ਉਹਨਾਂ ਨੇ ਹਜ਼ਾਰਾਂ ਲੋਕਾਂ ਦੇ ਕੰਮ ਕਰਨ ਦੇ ਨਜ਼ਰੀਏ ਦਾ ਡੂੰਘਾਈ ਨਾਲ ਅਧਿਐਨ ਕੀਤਾ ਸੀ, ਜਿਨ੍ਹਾਂ ਵਿੱਚ ਫੈਕਟਰੀ ਦੇ ਮਜ਼ਦੂਰਾਂ ਤੋਂ ਲੈ ਕੇ ਸੀਨੀਅਰ ਐਗਜ਼ੀਕਿਊਟਿਵ ਤੱਕ ਸ਼ਾਮਲ ਸਨ। ਤੁਹਾਨੂੰ ਕੀ ਲੱਗਦਾ ਉਹਨਾਂ ਦੇ ਸ਼ੋਧ ਵਿੱਚ ਕਿਹੜਾ ਤੱਤ ਸਭ ਤੋਂ ਪ੍ਰੇਰਕ ਰਿਹਾ ਹੋਵੇਗਾ? ਉਹਨਾਂ ਦੇ ਕੰਮ ਦਾ ਕਿਹੜਾ ਪਹਿਲੂ ਉਹਨਾਂ ਨੂੰ ਸਭ ਤੋਂ ਜ਼ਿਆਦਾ ਆਨੰਦ ਦਿੰਦਾ ਹੋਵੇਗਾ? ਪੈਸਾ, ਕੰਮ ਕਰਨ ਲਈ ਵਧੀਆ ਮਾਹੌਲ, ਦੀਗਰ ਸੁਵਿਧਾਵਾਂ? ਨਹੀਂ, ਇਹਨਾਂ ਵਿੱਚੋਂ ਕੋਈ ਨਹੀਂ। ਉਹ ਸਭ ਤੋਂ ਵੱਡਾ ਤੱਤ ਜਿਸ ਨਾਲ ਲੋਕਾਂ ਨੂੰ ਪ੍ਰੇਰਨਾ ਮਿਲਦੀ ਸੀ ਉਹ ਸੀ ਕੰਮ ਦੀ ਪ੍ਰਕਿਰਤੀ। ਜੇਕਰ ਕੰਮ ਰੌਚਕ ਅਤੇ ਚੁਣੌਤੀਪੂਰਨ ਹੈ ਤਾਂ ਲੋਕ ਉਸ ਕੰਮ ਨੂੰ ਕਰਨ ਲਈ ਪ੍ਰੇਰਿਤ ਹੋਣਗੇ, ਉਸ ਨੂੰ ਚੰਗੀ ਤਰ੍ਹਾਂ ਕਰਨ ਲਈ ਪ੍ਰੋਤਸਾਹਿਤ ਹੋਣਗੇ। ਇਹੋ ਹਰ ਸਫਲ ਵਿਅਕਤੀ ਪਸੰਦ ਕਰਦਾ ਹੈ, ਚੁਣੌਤੀ। ਆਤਮ ਅਭਿਵਿਅਕਤੀ ਦਾ ਅਵਸਰ, ਉਹ ਅਵਸਰ ਜਿਸ ਨਾਲ ਉਹ ਆਪਣਾ ਮੁੱਲ, ਆਪਣੀ ਸ਼੍ਰੇਸ਼ਟਤਾ ਸਿੱਧ ਕਰ ਸਕੇ, ਜਿੱਤ ਕੇ ਦਿਖਾ ਸਕੇ। ਇਸੇ ਵਜ੍ਹਾ ਨਾਲ ਤਾਂ ਪ੍ਰਤੀਯੋਗਿਤਾਵਾਂ ਇੰਨੀਆਂ ਪ੍ਰਸਿੱਧ ਹਨ, ਹਰਮਨ ਪਿਆਰੀਆਂ ਹਨ। ਬਿਹਤਰੀਨ ਹੋਣ ਦੀ ਚਾਹ
ਮਹੱਤਵਪੂਰਨ ਹੋਣ ਦੀ ਖਾਹਿਸ਼। ਸਿਧਾਂਤ 12ਵਾਂ, ਚੁਣੌਤੀ ਦਿਓ। ਭਾਗ 4, ਇੱਕ ਲੀਡਰ ਬਣੋ। ਲੋਕਾਂ ਨੂੰ ਠੇਸ ਪਹੁੰਚਾਏ ਜਾਣ ਜਾਂ ਨਾਰਾਜ਼ ਕੀਤੇ ਬਿਨਾਂ ਕਿਵੇਂ ਬਦਲੀਏ। ਚੈਪਟਰ ਪਹਿਲਾ, ਜੇਕਰ ਗਲਤੀ ਲੱਭਣੀ ਹੀ ਹੈ ਤੇ ਇਸੇ ਤਰ੍ਹਾਂ ਲੱਭੋ। ਜਦੋਂ ਕੈਲਵਿਨ ਕੂਲਜ਼ ਰਾਸ਼ਟਰਪਤੀ ਸਨ, ਉਦੋਂ ਮੇਰਾ ਇੱਕ ਮਿੱਤਰ ਵਾਈਟ ਹਾਊਸ ਵਿੱਚ ਬਤੌਰ ਮਹਿਮਾਨ ਗਿਆ। ਰਾਸ਼ਟਰਪਤੀ ਦੇ ਪ੍ਰਾਈਵੇਟ ਆਫਿਸ ਅੰਦਰ ਜਾਣ ਵੇਲੇ ਉਸਨੇ ਸੁਣਿਆ ਕਿ ਕੂਲਜ਼ ਆਪਣੀ ਸੈਕਟਰੀ ਨੂੰ ਕਹਿ ਰਹੇ ਸਨ, ਅੱਜ ਤੂੰ ਬਹੁਤ ਚੰਗੀ ਡਰੈਸ ਪਾਈ ਹੈ ਤੇ ਬਹੁਤ ਸੋਹਣੀ ਵੀ ਲੱਗ ਰਹੀ ਹੈ। ਘੱਟ ਬੋਲਣ ਵਾਲੇ ਰਾਸ਼ਟਰਪਤੀ ਨੇ ਅੱਜ ਤੱਕ ਕਿਸੇ ਸੈਕਟਰੀ ਦੀ ਇੰਨੀ ਜ਼ਿਆਦਾ ਤਾਰੀਫ ਨਹੀਂ ਸੀ ਕੀਤੀ। ਇਹ ਤਾਰੀਫ ਇੰਨੀ ਅਨੋਖੀ ਤੇ ਸੁਭਾਵਕ ਸੀ ਕਿ ਸੈਕਟਰੀ ਸ਼ਰਮਾ ਗਈ। ਫਿਰ ਕੂਲਿਜ਼ ਨੇ ਕਿਹਾ, ਹੁਣ ਫੁੱਲ ਕੇ ਕੁੱਪਾ ਹੋਣ ਦੀ ਲੋੜ ਨਹੀਂ, ਮੈਂ ਤੁਹਾਨੂੰ ਕੋਈ ਚੰਗੀ ਗੱਲ ਕਹਿਣੀ ਚਾਹੁੰਦਾ ਸੀ। ਅੱਗੇ ਤੋਂ ਮੈਂ ਚਾਹਾਂਗਾ ਤੁਸੀਂ ਖੱਤਾਂ ਵਿੱਚ ਵਿਰਾਮ ਚਿੰਨ੍ਹਾਂ ਦੀਆਂ ਗਲਤੀਆਂ ਘੱਟ ਕਰਿਆ ਕਰੋ। ਉਹਨਾਂ ਦਾ ਤਰੀਕਾ ਕੁਝ ਜ਼ਿਆਦਾ ਹੀ ਸਪਸ਼ਟ ਸੀ, ਪਰੰਤੂ ਮਨੋਵਿਗਿਆਨ ਬਹੁਤ ਵਧੀਆ ਸੀ। ਜੇਕਰ ਅਸੀਂ ਪਹਿਲਾਂ ਆਪਣੀ ਚੰਗਿਆਈ ਦੀ ਤਾਰੀਫ ਸੁਣ ਲੈਂਦੇ ਹਾਂ ਤੇ ਫਿਰ ਬਾਅਦ ਵਿੱਚ ਬੁਰਾਈ ਸੁਣਨਾ ਸਾਡੇ ਲਈ ਹਮੇਸ਼ਾ ਸੌਖਾ ਹੁੰਦਾ ਹੈ। ਨਾਈ ਵੀ ਦਾੜੀ ਬਣਾਉਣ ਤੋਂ ਪਹਿਲਾਂ ਉਸ ਉੱਪਰ ਸਾਬਣ ਲਾਉਂਦਾ, ਤੇ ਇਹੀ ਮਕਿਲਨੇ ਨੇ 1896 ਵਿੱਚ ਪ੍ਰੈਜ਼ੀਡੈਂਟ ਦੀ ਚੋਣ ਲੜਨ ਵੇਲੇ ਕੀਤਾ। ਉਸ ਜ਼ਮਾਨੇ ਦੇ ਇੱਕ ਪ੍ਰਸਿੱਧ ਰਿਪਬਲਿਕ ਨੇ ਇੱਕ ਚੋਣ ਭਾਸ਼ਣ ਲਿਖਿਆ ਜਿਹੜਾ ਉਸ ਦੀਆਂ ਨਜ਼ਰਾਂ ਵਿੱਚ ਸਿਸਰੋ, ਪੈਟਰਿਕ, ਹੈਨਰੀ ਅਤੇ ਡੇਨੀਅਲ ਦੇ ਭਾਸ਼ਣਾਂ ਤੋਂ ਬਿਹਤਰ ਸੀ। ਉਸ ਵਿਅਕਤੀ ਨੇ ਬੜੇ ਮਾਣ ਨਾਲ ਇਹ ਅਮਰ ਭਾਸ਼ਣ ਨੂੰ ਮਕਿਲਨੇ ਦੇ ਸਾਹਮਣੇ ਪੜ੍ਹ ਕੇ ਸੁਣਾਇਆ। ਭਾਸ਼ਣ ਵਿੱਚ ਕੁਝ ਚੰਗੀਆਂ ਗੱਲਾਂ ਸਨ, ਪਰੰਤੂ ਇਹ ਉਸ ਮੌਕੇ ਦੇ ਹਿਸਾਬ ਨਾਲ ਠੀਕ ਨਹੀਂ ਸਨ। ਮਕਿਲਨੇ ਉਸ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੁੰਦੇ ਸਨ, ਉਸ ਦੇ ਉਤਸ਼ਾਹ ਨੂੰ ਵੀ ਠੰਡਾ ਨਹੀਂ ਸਨ ਕਰਨਾ ਚਾਹੁੰਦੇ, ਪਰੰਤੂ ਉਹਨਾਂ ਨੇ ਨਾ ਵੀ ਕਹਿਣਾ ਸੀ। ਇਸ ਲਈ ਉਹਨਾਂ ਨੇ ਯੁਕਤੀ ਨਾਲ ਕੰਮ ਲਿਆ। ਮੇਰੇ ਦੋਸਤ, ਇਹ ਬਹੁਤ ਵਧੀਆ ਭਾਸ਼ਣ ਹੈ, ਬਹੁਤ ਹੀ ਸ਼ਾਨਦਾਰ। ਇਸ ਤੋਂ ਚੰਗਾ ਭਾਸ਼ਣ ਕੋਈ ਲਿਖ ਨਹੀਂ ਸਕਦਾ। ਕਈ ਮੌਕਿਆਂ 'ਤੇ ਬਿਲਕੁਲ ਸਹੀ ਭਾਸ਼ਣ ਹੁੰਦਾ, ਪਰੰਤੂ ਕੀ ਇਹ ਇਸ ਮੌਕੇ ਲਈ ਠੀਕ ਰਹੇਗਾ? ਹਾਲਾਂਕਿ ਇਹ ਤੁਹਾਡੇ ਨਜ਼ਰੀਏ ਤੋਂ ਸਹੀ ਹੈ, ਪਰੰਤੂ ਇਸ ਨੂੰ ਪਾਰਟੀ ਦੇ ਨਜ਼ਰੀਏ ਨਾਲ ਵੀ ਸਾਨੂੰ ਦੇਖਣਾ ਪੈਣਾ। ਹੁਣ ਘਰ ਜਾ ਕੇ ਇਸ ਭਾਸ਼ਣ ਨੂੰ ਮੇਰੇ ਸੁਝਾਏ ਗਏ ਤਰੀਕੇ ਨਾਲ ਲਿਖੀ ਤੇ ਮੈਨੂੰ ਇਸ ਦੀ ਕਾਪੀ ਭਜਵਾ ਦੀ। ਉਸਨੇ ਇਸੇ ਤਰ੍ਹਾਂ ਕੀਤਾ। ਮਕਿਲਨੇ ਦੇ ਐਡੀਸ਼ਨ ਅਤੇ ਗਾਈਡਸ ਨੇ ਉਸ ਨੂੰ ਦੁਬਾਰਾ ਭਾਸ਼ਣ ਲਿਖਣ ਵਿੱਚ ਮਦਦ ਕੀਤੀ ਤੇ ਉਹ ਉਸ ਮੁਹਿੰਮ ਦਾ ਪ੍ਰਭਾਵੀ ਸਪੀਕਰ ਬਣ ਗਿਆ। ਇੱਥੇ ਇਬਰਾਹਿਮ ਲਿੰਕਨ ਦਾ ਲਿਖਿਆ ਦੂਜਾ ਸਭ ਤੋਂ ਪ੍ਰਸਿੱਧ ਖੱਤ ਦਿੱਤਾ ਜਾ ਰਿਹਾ ਹੈ। ਉਹਨਾਂ ਦਾ ਸਭ ਤੋਂ ਪ੍ਰਸਿੱਧ ਖੱਤ ਮਿਸਿਸ ਬਿਕਸਬੀ ਨੂੰ ਲਿਖਿਆ ਗਿਆ ਸੀ, ਜਿਸ ਵਿੱਚ ਉਹਨਾਂ ਨੇ ਜੰਗ ਅੰਦਰ ਉਹਨਾਂ ਦੇ 5 ਪੁੱਤਰਾਂ ਦੀ ਮ੍ਰਿਤਿੂ ਉਤੇ ਅਫਸੋਸ ਜਤਾਇਆ ਸੀ। ਲਿੰਕਨ ਨੇ ਸ਼ਾਇਦ ਇਹ ਖੱਤ 5 ਮਿੰਟਾਂ 'ਚ ਲਿਖ ਦਿੱਤਾ ਹੋਵੇ, ਪਰੰਤੂ 1926 ਅੰਦਰ ਹੋਈ ਜਨਤਕ ਨਿਲਾਮੀ ਵਿੱਚ ਇਹ $12,000 ਦਾ ਵਿਕਿਆ। ਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਰਕਮ ਉਸ ਰਕਮ ਤੋਂ ਕਿਤੇ ਜ਼ਿਆਦਾ ਸੀ ਜਿਹੜੀ ਲਿੰਕਨ 50 ਸਾਲਾਂ ਦੀ ਕਰੜੀ ਮਿਹਨਤ ਤੋਂ ਬਾਅਦ ਬਚਾ ਪਾਏ ਸਨ। ਇਹ ਖੱਤ 26 ਅਪ੍ਰੈਲ 1863 ਨੂੰ ਸਿਵਲ ਵਾਰ ਦੇ ਨਿਰਾਸ਼ਾਜਨਕ ਦੌਰ ਅੰਦਰ ਜਨਰਲ ਜੋਸਫ ਹੁਕਰ ਨੂੰ ਲਿਖਿਆ ਗਿਆ। 18 ਮਹੀਨਿਆਂ ਤੋਂ ਲਿੰਕਨ ਦੀਆਂ ਫੌਜਾਂ ਲਗਾਤਾਰ ਇੱਕ ਤੋਂ ਬਾਅਦ ਇੱਕ ਮੋਰਚਿਆਂ ਤੇ ਹਾਰ ਰਹੀਆਂ ਸਨ। ਸਾਰੇ ਯਤਨ ਵਿਅਰਥ ਅਤੇ ਮੂਰਖਤਾਪੂਰਨ ਸਾਬਤ ਹੋ ਰਹੇ ਸਨ। ਫੌਜੀ ਮਾਰੇ ਜਾ ਰਹੇ ਸਨ। ਦੇਸ਼ ਸਤਬੱਧ ਸੀ। ਨੌਬਤ ਇੱਥੋਂ ਤੱਕ ਆ ਗਈ ਕਿ ਸੈਨੇਟ ਦੇ ਰਿਪਬਲਿਕਨ ਮੈਂਬਰਾਂ ਨੇ ਬਗਾਵਤ ਕਰ ਦਿੱਤੀ ਤੇ ਉਹ ਵੀ ਲਿੰਕਨ ਨੂੰ ਵਾਈਟ ਹਾਊਸ ਤੋਂ ਬਾਹਰ ਕੱਢਣਾ ਚਾਹੁੰਦੇ ਸਨ। ਅਸੀਂ ਅੱਜ ਤਬਾਹੀ ਦੇ ਕੰਢੇ ਤੇ ਹਾਂ, ਲਿੰਕਨ ਨੇ ਕਿਹਾ। ਮੈਨੂੰ ਲੱਗਦਾ ਹੈ ਕਿ ਈਸ਼ਵਰ ਵੀ ਸਾਡੇ ਖਿਲਾਫ ਹੈ। ਮੈਨੂੰ ਆਸ ਦੀ ਨਿੱਕੀ ਜਿਹੀ ਕਿਰਨ ਦਿਖਾਈ ਨਹੀਂ ਦਿੰਦੀ। ਇੰਨੇ ਘੋਰ ਹਨੇਰੇ ਅਤੇ ਹਫੜਾ ਦਫੜੀ ਦੇ ਦੌਰ ਵਿੱਚ ਇਹ ਖੱਤ ਲਿਖਿਆ ਗਿਆ ਸੀ। ਮੈਂ ਇਹ ਖੱਤ ਇੱਥੇ ਛਾਪ ਰਿਹਾ ਹਾਂ ਕਿਉਂਕਿ ਇਸ ਨਾਲ ਪਤਾ ਚੱਲਦਾ ਹੈ ਕਿ ਲਿੰਕਨ ਨੇ ਕਿਵੇਂ ਇੱਕ ਹੂੜਮੱਤ ਜਨਰਲ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਜਦੋਂ ਕਿ ਦੇਸ਼ ਦੀ ਤਕਦੀਰ ਉਸਦੇ ਜਨਰਲ ਕਾਰਜਾਂ ਉੱਪਰ ਨਿਰਭਰ ਸੀ। ਰਾਸ਼ਟਰਪਤੀ ਬਣਨ ਤੋਂ ਬਾਅਦ ਸ਼ਾਇਦ ਲਿੰਕਨ ਵੱਲੋਂ ਲਿਖਿਆ ਗਿਆ ਇਹ ਖੱਤ ਸਭ ਤੋਂ ਸੰਵੇਦਨਸ਼ੀਲ ਖੱਤ ਸੀ, ਪਰੰਤੂ ਤੁਸੀਂ ਦੇਖੋਗੇ ਉਹਨਾਂ ਨੇ ਜਨਰਲ ਹੁਕਰ ਦੀਆਂ ਗੰਭੀਰ ਗਲਤੀਆਂ ਦੀ ਆਲੋਚਨਾ ਕਰਨ ਤੋਂ ਪਹਿਲਾਂ ਉਸਦੀ ਤਾਰੀਫ। ਹਾਂ, ਗਲਤੀਆਂ ਗੰਭੀਰ ਸਨ, ਪਰੰਤੂ ਲਿੰਕਨ ਨੇ ਇਸ ਤਰ੍ਹਾਂ ਨਹੀਂ ਕਿਹਾ। ਲਿੰਕਨ ਜ਼ਿਆਦਾ ਉਦਾਰ ਤੇ ਕੂਟਨੀਤਿਕ ਸਨ। ਲਿੰਕਨ ਨੇ ਲਿਖਿਆ, ਕੁਝ ਗੱਲਾਂ ਹਨ ਜਿਨ੍ਹਾਂ ਨੂੰ ਲੈ ਕੇ ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹਾਂ। ਕੀ ਕੂਟਨੀਤੀ ਸੀ, ਕੀ ਵਿਵਹਾਰ ਕੁਸ਼ਲਤਾ ਸੀ। ਇਹ ਰਿਹਾ ਜਨਰਲ ਹੁਕਰ ਨੂੰ ਲਿਖਿਆ ਹੋਇਆ ਖੱਤ। ਮੈਂ ਤੁਹਾਨੂੰ ਪੋਟਮੈਕ ਦੀ ਫੌਜ ਦਾ ਸੈਨਾਪਤੀ ਬਣਾਇਆ ਹੈ। ਜ਼ਾਹਰ ਹੈ ਕਿ ਮੈਂ ਇਸ ਤਰ੍ਹਾਂ ਇਸ ਲਈ ਕੀਤਾ ਕਿਉਂਕਿ ਮੇਰੇ ਕੋਲੇ ਕਾਫੀ ਕਾਰਨ ਸਨ। ਇਸ ਦੇ ਬਾਵਜੂਦ ਮੈਨੂੰ ਲੱਗਦਾ ਹੈ ਕਿ ਤੁਹਾਡੇ ਲਈ ਇਹ ਜਾਣਨਾ ਬਿਹਤਰ ਹੋਵੇਗਾ ਕਿ ਕੁਝ ਗੱਲਾਂ ਹਨ ਜਿਨ੍ਹਾਂ ਨੂੰ ਲੈ ਕੇ ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ। ਮੈਨੂੰ ਯਕੀਨ ਹੈ ਕਿ ਤੁਸੀਂ ਬਹਾਦਰ ਅਤੇ ਕੁਸ਼ਲ ਫੌਜੀ ਹੋ, ਜਿਸ ਦੀ ਮੈਂ ਪ੍ਰਸ਼ੰਸਾ ਕਰਦਾ। ਮੈਨੂੰ ਇਹ ਵੀ ਯਕੀਨ ਹੈ ਤੁਸੀਂ ਰਾਜਨੀਤੀ ਅਤੇ ਆਪਣੇ ਪ੍ਰੋਫੈਸ਼ਨ ਨੂੰ ਇੱਕ ਦੂਜੇ ਨਾਲ ਨਹੀਂ ਮਿਲਾਉਂਦੇ ਅਤੇ ਤੁਸੀਂ ਬਿਲਕੁਲ ਠੀਕ ਕਰਦੇ ਹੋ। ਤੁਹਾਡੇ ਵਿੱਚ ਆਤਮ ਵਿਸ਼ਵਾਸ ਹੈ ਜਿਹੜਾ ਲਾਜ਼ਮੀ ਤਾਂ ਨਹੀਂ ਪਰ ਬੇਸ਼ਕੀਮਤੀ ਗੁਣ ਹੈ। ਤੁਸੀਂ ਅਤ ਉਤਸ਼ਾਹੀ ਹੋ ਜਿਹੜਾ ਸੀਮਤ ਮਾਤਰਾ ਵਿੱਚ ਹੋਵੇ ਤਾਂ ਨੁਕਸਾਨਦੇਹ ਨਾ ਹੋ ਕੇ ਫਾਇਦੇਮੰਦ ਸਾਬਤ ਹੁੰਦਾ ਹੈ। ਪਰੰਤੂ ਮੈਨੂੰ ਜਾਪਦਾ ਹੈ ਕਿ ਜਨਰਲ ਬਰਨਸਾਈਡ ਦੀ ਕਮਾਂਡ ਵਿੱਚ ਤੁਸੀਂ ਲੋੜ ਤੋਂ ਵੱਧ ਉਤਸ਼ਾਹੀ ਹੋਣ ਦਾ ਪਰਿਚੈ ਦਿੱਤਾ ਸੀ। ਜਿੱਥੋਂ ਤੱਕ ਹੋ ਸਕੇ ਤੁਸੀਂ ਉਹਨਾਂ ਨੂੰ ਨਿਸਫਲ ਹੀ ਕੀਤਾ। ਇਸੇ ਤਰ੍ਹਾਂ ਜਿੱਥੇ ਤੁਸੀਂ ਆਪਣੇ ਦੇਸ਼ ਨਾਲ ਅਨੁਚਿਤ ਕੀਤਾ, ਉੱਥੇ ਹੀ ਆਪਣੇ ਇੱਕ ਬਹੁਤ ਕਾਬਲ ਅਤੇ ਸਨਮਾਨਿਤ ਫੌਜੀ ਭਰਾ ਨਾਲ ਵੀ ਕੋਈ ਚੰਗਾ ਸਲੂਕ ਨਹੀਂ ਸੀ ਕੀਤਾ। ਅਤੇ ਮੈਂ ਭਰੋਸੇਮੰਦ ਸੂਤਰਾਂ ਤੋਂ ਸੁਣਿਆ ਕਿ ਤੁਸੀਂ ਹਾਲ ਹੀ ਵਿੱਚ ਕਿਹਾ
ਕਿ ਫੌਜ ਅਤੇ ਸਰਕਾਰ ਦੋਨਾਂ ਨੂੰ ਹੀ ਤਾਨੇਸ਼ਾਹ ਦੀ ਜ਼ਰੂਰਤ ਹੈ। ਜ਼ਾਹਰ ਹੈ ਇਹ ਇਸ ਕਾਰਨ ਨਹੀਂ ਬਲਕਿ ਇਸ ਦੇ ਬਾਵਜੂਦ ਵੀ ਮੈਂ ਤੁਹਾਨੂੰ ਫੌਜ ਦੀ ਕਮਾਂਡ ਸੌਂਪੀ ਹੈ। ਕੇਵਲ ਉਹੀ ਜਨਰਲ ਤਾਨਾਸ਼ਾਹ ਬਣ ਸਕਦੇ ਨੇ ਜਿਹੜੇ ਸਫਲਤਾ ਹਾਸਲ ਕਰਦੇ ਨੇ। ਮੈਂ ਹੁਣ ਵੀ ਤੁਹਾਡੇ ਕੋਲੋਂ ਫੌਜੀ ਸਫਲਤਾ ਚਾਹੁੰਦਾ ਹਾਂ ਤੇ ਮੈਂ ਇਸ ਲਈ ਤਾਨਾਸ਼ਾਹੀ ਦਾ ਖਤਰਾ ਮੁੱਲ ਲੈਣ ਲਈ ਵੀ ਤਿਆਰ ਹਾਂ। ਸਰਕਾਰ ਆਪਣੇ ਵੱਲੋਂ ਤੁਹਾਡਾ ਪੂਰਾ ਸਮਰਥਨ ਕਰੇਗੀ, ਜਿਹੜਾ ਸਮਰਥਨ ਉਹ ਆਪਣੇ ਸਾਰੇ ਸੈਨਾਪਤੀਆਂ ਨੂੰ ਦਿੰਦੀ ਹੈ। ਮੈਨੂੰ ਡਰ ਹੈ ਕਿ ਤੁਸੀਂ ਆਪਣੇ ਫੌਜੀਆਂ ਵਿੱਚ ਗਲਤ ਭਾਵਨਾਵਾਂ ਨੂੰ ਬੜਾਵਾ ਦਿੱਤਾ ਹੈ। ਤੁਸੀਂ ਕਮਾਂਡਰ ਦੀ ਆਲੋਚਨਾ ਕਰਨ ਅਤੇ ਉਸ ਦੀ ਅਵਿਸ਼ਵਾਸ ਕਰਨ ਦੀ ਉਹੀ ਆਦਤ ਤੁਹਾਨੂੰ ਝੱਲਣੀ ਪਵੇਗੀ। ਜਿੱਥੋਂ ਤੱਕ ਹੋ ਸਕੇਗਾ ਮੈਂ ਇਸ ਆਦਤ ਨੂੰ ਦੂਰ ਕਰਨ ਵਿੱਚ ਤੁਹਾਡਾ ਸਹਿਯੋਗ ਕਰਾਂਗਾ। ਜੇਕਰ ਫੌਜ ਦਾ ਮਨੋਬਲ ਇਸ ਤਰ੍ਹਾਂ ਦਾ ਹੋਵੇ, ਨਾ ਤੇ ਤੁਸੀਂ ਨਾ ਹੀ ਨੈਪੋਲੀਅਨ ਇਸ ਫੌਜ ਤੋਂ ਕੋਈ ਵੱਡੀ ਸਫਲਤਾ ਹਾਸਲ ਕਰਦਾ ਹੈ। ਜਲਦਬਾਜ਼ੀ ਦੀ ਆਦਤ ਤੋਂ ਸੁਚੇਤ ਰਹੋ, ਪਰੰਤੂ ਪੂਰੀ ਊਰਜਾ ਅਤੇ ਸੁਚੇਤ ਹੋ ਕੇ ਅੱਗੇ ਵਧੋ ਤੇ ਸਾਨੂੰ ਜਿੱਤ ਦਿਵਾਓ। ਤੁਸੀਂ ਕੂਲਿਜ ਜਾਂ ਮਕਿਨਲੇ ਜਾਂ ਲਿੰਕਨ ਨਹੀਂ, ਤੁਸੀਂ ਜਾਣਨਾ ਚਾਹੁੰਦੇ ਹੋ ਕਿ ਇਹ ਫਿਲਾਸਫੀ ਤੁਹਾਡੇ ਰੋਜ਼ਾਨਾ ਦੇ ਬਿਜ਼ਨਸ ਅੰਦਰ ਤੁਹਾਡੀ ਮਦਦ ਕਰੇਗੀ। ਆਓ ਦੇਖੀਏ। ਅਸੀਂ ਫਿਲਾਡੈਲਫੀਆ ਦੀ ਵਾਰਕ ਕੰਪਨੀ ਦੇ WP ਦਾ ਉਦਾਹਰਨ ਲੈਂਦੇ ਹਾਂ। ਵਾਰਕ ਕੰਪਨੀ ਨੂੰ ਫਿਲਾਡੈਲਫੀਆ ਅੰਦਰ ਇੱਕ ਨਿਸ਼ਚਿਤ ਤਰੀਕ ਨੂੰ ਇੱਕ ਆਫਿਸ ਬਣਾਉਣਾ ਅਤੇ ਪੂਰਾ ਕਰਨਾ ਸੀ। ਸਾਰਾ ਕੁਝ ਤੈਅ ਪ੍ਰੋਗਰਾਮ ਮੁਤਾਬਿਕ ਚੱਲ ਰਿਹਾ ਸੀ। ਇਮਾਰਤ ਲਗਭਗ ਤਿਆਰ ਹੋ ਚੁੱਕੀ ਸੀ, ਪਰੰਤੂ ਉਦੋਂ ਹੀ ਇਸ ਇਮਾਰਤ ਦਾ ਬਾਹਰਲਾ ਕੰਮ ਕਰ ਰਹੇ ਬਰੌਸ ਨੇ ਕਿਹਾ ਕਿ ਉਹ ਨਿਸ਼ਚਿਤ ਤਰੀਕ ਤੱਕ ਮਾਲ ਨਹੀਂ ਭਜਵਾ ਪਾਏਗਾ। ਕੀ ਪੂਰੀ ਬਿਲਡਿੰਗ ਦਾ ਕੰਮ ਰੁਕ ਜਾਵੇਗਾ, ਭਾਰੀ ਜੁਰਮਾਨਾ ਹੋਵੇਗਾ, ਭਾਰੀ ਨੁਕਸਾਨ ਹੋਵੇਗਾ ਅਤੇ ਸਾਰਾ ਕੁਝ ਸਿਰਫ ਇੱਕ ਆਦਮੀ ਦੀ ਵਜ੍ਹਾ ਨਾਲ ਹੋਵੇਗਾ। ਲੰਮੀ ਟੈਲੀਫੋਨੀ ਚਰਚਾਵਾਂ ਅਤੇ ਗਰਮ ਬਹਿਸਾਂ ਨਾਲ ਕੋਈ ਫਾਇਦਾ ਨਹੀਂ ਹੋਇਆ। ਫਿਰ ਮਿਸਟਰ ਗਾ ਨੂੰ ਉਸ ਸਬ ਕੰਟਰੈਕਟਰ ਨੂੰ ਮਿਲਣ ਲਈ ਨਿਊਯਾਰਕ ਭੇਜਿਆ ਗਿਆ ਤਾਂ ਕਿ ਉਹ ਸ਼ੇਰ ਦੀ ਮਾਦ ਅੰਦਰ ਜਾ ਕੇ ਉਸ ਨੂੰ ਫੜ ਲਵੇ। ਜਿਵੇਂ ਹੀ ਮਿਸਟਰ ਗਾ ਸਬ ਕੰਟਰੈਕਟਰ ਫਰਮ ਦੇ ਪ੍ਰੈਜ਼ੀਡੈਂਟ ਨੂੰ ਮਿਲੇ, ਗਾ ਨੇ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਆਪਣੇ ਨਾਮ ਦੇ ਬਰੁਕਲਿਨ ਵਿੱਚ ਤੁਸੀਂ ਇਕੱਲੇ ਹੀ ਆਦਮੀ ਹੋ। ਮੈਨੂੰ ਪਤਾ ਨਹੀਂ ਸੀ। ਮਿਸਟਰ ਗਾ ਨੇ ਕਿਹਾ, ਜਦੋਂ ਮੈਂ ਅੱਜ ਸਵੇਰੇ ਟ੍ਰੇਨ ਤੋਂ ਉਤਰਿਆ ਤੇ ਮੈਂ ਤੁਹਾਡਾ ਪਤਾ ਦੇਖਣ ਲਈ ਟੈਲੀਫੋਨ ਡਾਇਰੈਕਟਰੀ ਦੇਖੀ ਤੇ ਮੈਂ ਇਹ ਪਾਇਆ ਕਿ ਬਰੁਕਲਿਨ ਦੀ ਟੈਲੀਫੋਨ ਡਾਇਰੈਕਟਰੀ ਵਿੱਚ ਤੁਸੀਂ ਹੀ ਆਪਣੇ ਨਾਮ ਵਾਲੇ ਇਕੱਲੇ ਵਿਅਕਤੀ ਹੋ। ਮੈਨੂੰ ਇਹ ਪਤਾ ਨਹੀਂ ਸੀ, ਸਬ ਕੰਟਰੈਕਟਰ ਨੇ ਕਿਹਾ। ਉਸਨੇ ਟੈਲੀਫੋਨ ਡਾਇਰੈਕਟਰੀ ਚੁੱਕ ਕੇ ਬੜੀ ਦਿਲਚਸਪੀ ਨਾਲ ਇਸ ਤੱਥ ਦੀ ਪੜਤਾਲ ਕੀਤੀ। ਇਸ ਤੋਂ ਬਾਅਦ ਉਸਨੇ ਮਾਣ ਨਾਲ ਕਿਹਾ, ਇਹ ਨਾਮ ਸਧਾਰਨ ਨਹੀਂ। ਮੇਰੇ ਵਡੇਰੇ ਕੋਈ 200 ਸਾਲ ਪਹਿਲਾਂ ਹਾਲੈਂਡ ਤੋਂ ਆਏ ਸਨ ਤੇ ਨਿਊਯਾਰਕ ਵਿੱਚ ਵਸ ਗਏ। ਫਿਰ ਉਹ ਕਈ ਮਿੰਟਾਂ ਤੱਕ ਆਪਣੇ ਪਰਿਵਾਰ ਅਤੇ ਵਡੇਰਿਆਂ ਬਾਰੇ ਗੱਲਾਂ ਕਰਦਾ ਰਿਹਾ। ਜਦੋਂ ਉਸ ਦੀ ਗੱਲ ਖਤਮ ਹੋਈ ਤਾਂ ਮਿਸਟਰ ਗਾ ਨੇ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਪਲਾਂਟ ਕਿੰਨਾ ਵੱਡਾ ਹੈ ਤੇ ਉਸ ਵੱਲੋਂ ਦੇਖੇ ਗਏ ਸਾਰੇ ਪਲਾਂਟਾਂ ਦੀ ਤੁਲਨਾ ਅੰਦਰ ਕਿੰਨਾ ਬਿਹਤਰ ਹੈ। ਇਹ ਮੇਰੇ ਵੱਲੋਂ ਦੇਖੀ ਗਈ ਸਭ ਤੋਂ ਸਾਫ਼ ਸੁਥਰੀ ਬਰਾਂਜ਼ ਫੈਕਟਰੀ ਹੈ। ਸਬ ਕੰਟਰੈਕਟਰ ਨੇ ਕਿਹਾ, ਇਸ ਨੂੰ ਬਣਾਉਣ ਅੰਦਰ ਮੈਂ ਆਪਣਾ ਸਾਰਾ ਜੀਵਨ ਲਾ ਦਿੱਤਾ ਹੈ। ਮੈਨੂੰ ਉਸ ਉੱਪਰ ਮਾਣ ਹੈ। ਕੀ ਤੁਸੀਂ ਪੂਰੀ ਫੈਕਟਰੀ ਘੁੰਮਣਾ ਪਸੰਦ ਕਰੋਗੇ? ਫੈਕਟਰੀ ਘੁੰਮਦੇ ਹੋਏ ਮਿਸਟਰ ਗਾ ਨੇ ਨਿਰਮਾਣ ਸੰਬੰਧੀ ਕਈ ਗੱਲਾਂ ਦੀ ਸੱਚੀ ਤਾਰੀਫ ਕੀਤੀ ਤੇ ਦੱਸਿਆ ਕਿਵੇਂ ਅਤੇ ਕਿਉਂ ਉਸ ਦੀ ਨਿਰਮਾਣ ਪ੍ਰਕਿਰਿਆ ਉਸ ਦੇ ਸ਼ਰੀਕਾਂ ਕੋਲੋਂ ਬਿਹਤਰ ਸੀ। ਗਾ ਨੇ ਕਈ ਇਹੋ ਜਿਹੀਆਂ ਮਸ਼ੀਨਾਂ ਨੂੰ ਦੇਖ ਕੇ ਹੈਰਾਨੀ ਜ਼ਾਹਰ ਕੀਤੀ ਜਿਹੜੀ ਉਸਨੇ ਕਿਸੇ ਹੋਰ ਫੈਕਟਰੀ ਵਿੱਚ ਨਹੀਂ ਸਨ ਦੇਖੀਆਂ। ਸਬ ਕੰਟਰੈਕਟਰ ਨੇ ਕਿਹਾ ਕਿ ਇਹ ਮਸ਼ੀਨਾਂ ਉਸੇ ਨੇ ਬਣਵਾਈਆਂ ਹਨ। ਉਸਨੇ ਗਾ ਨੂੰ ਮਸ਼ੀਨਾਂ ਨੇ ਕੰਮ ਕਰਨ ਦੀ ਪ੍ਰਕਿਰਿਆ ਸਮਝਾਉਣ ਲਈ ਕਾਫੀ ਸਮਾਂ ਲਾਇਆ ਤਾਂ ਕਿ ਉਸ ਨੂੰ ਅੰਦਾਜ਼ਾ ਹੋ ਜਾਏ ਕਿ ਇਹਨਾਂ ਤੋਂ ਕਿੰਨਾ ਬਿਹਤਰ ਕੰਮ ਹੁੰਦਾ ਹੈ। ਉਸਨੇ ਗਾ ਨੂੰ ਲੰਚ ਦਾ ਸੱਦਾ ਦਿੱਤਾ। ਤੁਸੀਂ ਧਿਆਨ ਦਿੱਤਾ ਹੋਵੇਗਾ ਕਿ ਹੁਣ ਤੱਕ ਗਾ ਨੇ ਆਪਣੀ ਮੁਲਾਕਾਤ ਦੇ ਅਸਲ ਉਦੇਸ਼ ਬਾਰੇ ਇੱਕ ਵੀ ਸ਼ਬਦ ਨਹੀਂ ਸੀ ਬੋਲਿਆ। ਲੰਚ ਤੋਂ ਬਾਅਦ ਸਬ ਕੰਟਰੈਕਟਰ ਨੇ ਕਿਹਾ, ਹੁਣ ਬਿਜ਼ਨਸ ਦੀਆਂ ਗੱਲਾਂ ਕਰਨ ਦਾ ਵੇਲਾ ਆ ਗਿਆ। ਜ਼ਾਹਰ ਹੈ ਕਿ ਮੈਂ ਜਾਣਦਾ ਕਿ ਤੁਸੀਂ ਇੱਥੇ ਕਿਉਂ ਆਏ ਹੋ। ਮੈਨੂੰ ਆਸ ਨਹੀਂ ਸੀ ਕਿ ਸਾਡੀ ਮੁਲਾਕਾਤ ਐਡੀ ਸ਼ਾਨਦਾਰ ਹੋਵੇਗੀ। ਹੁਣ ਤੁਸੀਂ ਫਿਲਾਡੈਲਫੀਆ ਜਾ ਸਕਦੇ ਹੋ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਤੁਹਾਡਾ ਮਾਲ ਸਮੇਂ ਤੇ ਪੁੱਜ ਜਾਵੇਗਾ, ਭਾਵੇਂ ਇਸ ਲਈ ਮੈਨੂੰ ਹੋਰ ਗਾਹਕਾਂ ਨੂੰ ਮਾਲ ਭੇਜਣ ਵਿੱਚ ਦੇਰ ਕਿਉਂ ਨਾ ਕਰਨੀ ਪਵੇ। ਮਿਸਟਰ ਗਾ ਨੂੰ ਬਿਨਾਂ ਮੰਗੇ ਸਾਰਾ ਕੁਝ ਮਿਲ ਗਿਆ ਸੀ। ਸਮਾਨ ਸਮੇਂ ਤੇ ਪੁੱਜ ਗਿਆ ਅਤੇ ਇਮਾਰਤ ਦਾ ਕੰਮ ਵੀ ਉਸੇ ਸਮੇਂ ਤੇ ਹੋ ਗਿਆ ਜਿਹੜਾ ਕਿ ਕੰਟਰੈਕਟ ਲਈ ਨਿਰਧਾਰਤ ਕੀਤਾ ਗਿਆ ਸੀ। ਜੇਕਰ ਮਿਸਟਰ ਗਾ ਨੇ ਵੀ ਹਥੌੜੇ ਅਤੇ ਡਾਇਨਾਮਾਈਟ ਵਾਲੀ ਉਹ ਸ਼ੈਲੀ ਅਪਣਾਈ ਹੁੰਦੀ ਜਿਹੜੀ ਜ਼ਿਆਦਾਤਰ ਲੋਕ ਆਮ ਤੌਰ ਤੇ ਅਪਣਾਉਂਦੇ ਨੇ ਤਾਂ ਕੀ ਇਸ ਤਰ੍ਹਾਂ ਹੋ ਪਾਉਣਾ ਸੰਭਵ ਸੀ। ਨਿਊ ਜਰਸੀ ਦੇ ਫੋਰਟ ਮਾਨਮਾਊਥ ਵਿੱਚ ਫੈਡਰਲ ਕ੍ਰੈਡਿਟ ਯੂਨੀਅਨ ਦੀ ਇੱਕ ਬ੍ਰਾਂਚ ਮੈਨੇਜਰ ਨੇ ਸਾਡੀ ਕਲਾਸ ਨੂੰ ਇਹ ਦੱਸਿਆ ਕਿ ਇਸ ਤਰ੍ਹਾਂ ਉਸਨੇ ਆਪਣੇ ਇੱਕ ਕਰਮਚਾਰੀ ਨੂੰ ਜ਼ਿਆਦਾ ਨਿਪੁੰਨ ਬਣਾਉਣ ਵਿੱਚ ਮਦਦ ਕੀਤੀ। ਅਸੀਂ ਇੱਕ ਕੁੜੀ ਨੂੰ ਟੈਲਰ ਦੀ ਟ੍ਰੇਨਿੰਗ ਉੱਤੇ ਰੱਖਿਆ ਸੀ। ਗਾਹਕਾਂ ਨਾਲ ਉਸ ਦਾ ਵਿਵਹਾਰ ਬਹੁਤ ਚੰਗਾ ਸੀ। ਪੂਰੇ ਦਿਨ ਉਸ ਨੂੰ ਕੰਮਕਾਜ ਵਿੱਚ ਕੋਈ ਮੁਸ਼ਕਲ ਨਹੀਂ ਸੀ ਆਉਂਦੀ, ਪਰੰਤੂ ਦਿਨ ਦੇ ਅੰਤਲੇ ਵੇਲੇ ਉਸ ਨੂੰ ਸਮੱਸਿਆ ਆਉਂਦੀ ਸੀ ਕਿਉਂਕਿ ਉਸ ਨੂੰ ਬੈਲੈਂਸ ਮਿਲਾਉਣ ਵਿੱਚ ਕਾਫੀ ਦੇਰ ਲੱਗਦੀ ਸੀ। ਹੈੱਡ ਟੇਲਰ ਮੈਨੂੰ ਮਿਲਣ ਆਇਆ। ਉਸਨੇ ਮੈਨੂੰ ਸਾਫ਼ ਤੌਰ ਤੇ ਕਹਿ ਦਿੱਤਾ ਕਿ ਇਸ ਕੁੜੀ ਨੂੰ ਨੌਕਰੀ ਤੋਂ ਕੱਢ ਦੇਣਾ ਚਾਹੀਦਾ। ਉਸ ਦੇ ਕਾਰਨ ਸਾਰਿਆਂ ਨੂੰ ਦੇਰ ਹੋ ਜਾਂਦੀ ਹੈ। ਉਸ ਦੇ ਕੰਮ ਦੀ ਰਫ਼ਤਾਰ ਬਹੁਤ ਹੌਲੀ ਹੈ। ਮੈਂ ਉਸ ਨੂੰ ਵਾਰ-ਵਾਰ ਸਮਝਾਇਆ, ਪਰੰਤੂ ਉਸ ਨੂੰ ਸਮਝ ਨਹੀਂ ਆਉਂਦਾ। ਉਸ ਨੂੰ ਕੱਢਣ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ। ਅਗਲੇ ਦਿਨ ਮੈਂ ਉਸ ਨੂੰ ਕੰਮ ਕਰਦਿਆਂ ਦੇਖਿਆ ਅਤੇ ਗਾਹਕਾਂ ਨਾਲ ਉਸ ਦਾ ਵਿਵਹਾਰ ਸੱਚਮੁੱਚ ਬੜਾ ਚੰਗਾ ਸੀ ਤੇ ਆਮ ਕੰਮਕਾਜ ਅੰਦਰ ਉਸ ਦੀ ਰਫ਼ਤਾਰ ਬਹੁਤ ਚੰਗੀ ਸੀ। ਦਿਨ ਦੇ ਅੰਤਲੇ ਵੇਲੇ ਬੈਲੈਂਸ ਮਿਲਾਉਣ ਸਮੇਂ ਮੈਂ ਉਸ ਨੂੰ ਦੇਖਿਆ ਤੇ ਮੈਨੂੰ ਸਮਝ ਵਿੱਚ ਆ ਗਿਆ ਉਸ ਨੂੰ ਦੇਰ ਕਿਉਂ ਹੁੰਦੀ ਹੈ। ਆਫਿਸ ਬੰਦ ਹੋਣ ਤੋਂ ਬਾਅਦ ਮੈਂ ਉਸ ਨੂੰ ਮਿਲਣ ਗਈ।
ਉਹ ਨਰਵਸ ਤੇ ਪਰੇਸ਼ਾਨ ਜਿਹੀ ਸੀ। ਮੈਂ ਗਾਹਕਾਂ ਨਾਲ ਉਸਦੇ ਕੀਤੇ ਗਏ ਵਿਵਹਾਰ ਦੀ ਤਾਰੀਫ ਕੀਤੀ, ਉਸਦੇ ਕੰਮ ਦੀ ਰਫ਼ਤਾਰ ਦੀ ਸ਼ਲਾਘਾ ਕੀਤੀ। ਫਿਰ ਮੈਂ ਉਸਨੂੰ ਕੈਸ਼ ਦਾ ਬੈਲੈਂਸ ਮਿਲਾਉਣ ਦਾ ਇੱਕ ਸੌਖਾ ਜਿਹਾ ਤਰੀਕਾ ਦੱਸਿਆ। ਇੱਕ ਵਾਰ ਉਸਨੂੰ ਇਹ ਪਤਾ ਚੱਲ ਗਿਆ ਕਿ ਮੈਨੂੰ ਉਸ ਤੇ ਭਰੋਸਾ ਹੈ, ਉਸਨੇ ਮੇਰੇ ਸੁਝਾਵਾਂ ਨੂੰ ਬੇਹਿਚਕ ਮੰਨ ਲਿਆ ਤੇ ਉਹ ਛੇਤੀ ਹੀ ਮੇਰੇ ਦੱਸੇ ਗਏ ਤਰੀਕਿਆਂ ਨਾਲ ਬੈਲੈਂਸ ਬਣਾਉਣ ਲੱਗੀ। ਇਸ ਤੋਂ ਬਾਅਦ ਨਾ ਤਾਂ ਕੋਈ ਸਮੱਸਿਆ ਉਸਨੂੰ ਆਈ, ਨਾ ਹੀ ਉਸਨੂੰ ਲੈ ਕੇ ਸਾਨੂੰ ਕੋਈ ਸਮੱਸਿਆ ਆਈ। ਤਾਰੀਫ ਨਾਲ ਆਪਣੀ ਗੱਲ ਸ਼ੁਰੂ ਕਰਨਾ ਦੰਦਾਂ ਦੇ ਉਸ ਡਾਕਟਰ ਵਾਂਗ ਹੈ ਜਿਹੜਾ ਕਿ ਆਪਣੇ ਕੰਮ ਦੀ ਸ਼ੁਰੂਆਤ ਨੋਵੋਕੈਨ ਨਾਲ ਕਰਦਾ ਹੈ। ਮਰੀਜ਼ ਤਾਂ ਦੰਦ ਤਾਂ ਕੱਢਦਾ ਹੀ ਹੈ, ਪਰੰਤੂ ਨੋਵੋਕੈਨ ਕਾਰਨ ਉਸਨੂੰ ਦਰਦ ਨਹੀਂ ਹੁੰਦਾ। ਕਿਸੇ ਵੀ ਲੀਡਰ ਨੂੰ ਇਸ ਸਿਧਾਂਤ ਦੀ ਪਾਲਣਾ ਕਰਨੀ ਚਾਹੀਦੀ ਹੈ। ਤਾਰੀਫ ਅਤੇ ਸੱਚੀ ਪ੍ਰਸ਼ੰਸਾ ਨਾਲ ਹੀ ਗੱਲ ਸ਼ੁਰੂ ਕਰੋ।